नंदन पद पंकज बंदना सिमरो अंगद दोख निकंदना अमरदास गुर हृदय ध्यावो हृदय ध्यावो। श्री गुरु रामदास गुण गावो। श्री अर्जन विघ्नन के नाशक विघ्नन के नाशक। हर गोविंद शुभ सुमत प्रकाशक। श्री हर राय नमो कर जोरी नमो कर जोरी। गुरु हर कृष्ण मनाए बहोरी। तेग बहादुर परम कृपाला जी परम कृपाला। श्री गुरु गोविंद सिंह विशाला। तरौं तरा तर पुन पुन शीस जी पुन पुन शीस। बंदो हों बार बार जगदीश। जिसमें है अमृत ज्ञान है मानक भगत बैराग। श्री गुरु ग्रंथ साहिब उदद बंदो कर अनुराग। एक ओंकार सतगुरु तेह प्रसाद सच होए। वाहिगुरु जी की फतेह। विघ्न विनाशन सोए। वाहिगुरु जी की फतेह। विघ्न विनाशन सोए। दोहरा अपर बारता कछ कहो जिम बीती लखनौर। बल सरे बिरदत गुरु जो सब जग सिर मोर। परम सन्मान योग राजान राजपान आन पान देवान देव उपमा महान वालिय कुलालम। चवर छत्र तखत दे मालिक सतगुरु साहिब श्री गुरु ग्रंथ साहिब जी महाराज सतगुरु जी की पावन पवित्र हजूरी दे अंदर उपस्थित होए गुरु सवारे गुरु प्यारे सतसंगी जनों आओ महाराज जी की अपार बख्शिश नाल संध्या वेले दे पावन पवित्र दीवाना दी प्रारंभता करिए। गुरु इतिहास की लड़ीवार कथा विचार जो कि सतगुरु जी के इन्हां पवित्र अस्थानां ते रोजाना आप संगत सरवण करते हो चलती आ रही लड़ी तहत कुछ समा महाराज जी के जीवन वृतांतां नाल जुड़न दा आपां यतन करते हाँ। प्रथम महाराज तो आग्या लईए रसना पवित्र करिए गुरफतेह नाल सांझ पाओ फतेह परवानो जी। वाहिगुरु जी का खालसा वाहिगुरु जी की फतेह। कल दियां दीवाना अंदर जिथे संपन्नता हुई सतगुरु श्री गुरु गोबिंद सिंह साहब महाराज जो कि लखनौर की धरती ते विचर रहे सन। पीर भीखम शाह ने महाराज जी के इत्थे आके दर्शन किए। कुछ असीसां महाराज जियां तो प्राप्त कीतियां वर प्राप्त किए ते वापस अपने डेरे नूं परत गए। नाल उन्हां दे दूसरे पीर मीर दीन जी उन्होंने कुछ वार्तालाप पीर जियां नूं महाराज जी के संबंधी पुछी। उन्होंने भी निशा करवाई। उस तो उपरंत भाई संतोख सिंह जी लिखते हैं कि कुछ दिन महाराज सच्चे पातशाह लखनौर विखे होर ठहरे सन। अगे जो प्रसंग प्रारंभ होंदा अपर वारता कछ कहूँ जिम बीती लखनौर। होर कुछ बातां ने कुछ साखियां ने जिहड़ियां कि लखनौर विखे
ਜੋ ਕੌਤਕ ਜੋ ਚੌਜ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਨੇ ਕੀਤੇ ਨੇ, ਉਹਨਾਂ ਦੀ ਵਾਰਤਾ ਹੈ। ਬਲ ਸਰੀਰ ਬਿਰਦਤ ਗੁਰੂ ਸੋ ਜਗ ਵਿਖੇ ਸਰਮੌਰ। ਸਤਿਗੁਰੂ ਜੀਓ ਕਾ ਸਰੀਰ ਭਾਵੇਂ ਬਾਲਿਆ ਅਵਸਥਾ ਛੋਟੀ, ਆਯੂ ਉਮਰ ਛੋਟੀ ਹੈ, ਲੇਕਿਨ ਜੋ ਕੌਤਕ ਮਹਾਰਾਜ ਕਰ ਰਹੇ ਹਨ, ਜੋ ਬਖਸ਼ਿਸ਼ਾਂ ਵਰਤਾ ਰਹੇ ਹਨ, ਉਹ ਬਹੁਤ ਵੱਡੀਆਂ ਹਨ। ਇਸ ਵਿਧ ਕੁਝ ਅੱਗੇ ਘਟਨਾਵਾਂ ਹਨ ਲਖਨੌਰ ਦੀ ਧਰਤੀ ਦੀਆਂ, ਜਿਨ੍ਹਾਂ ਦਾ ਜ਼ਿਕਰ ਭਾਈ ਸਾਹਿਬ ਜੀ ਅੱਗੇ ਕਰਦੇ ਹਨ। ਚੌਪਈ ਗ੍ਰਾਮ ਨਨੇੜੀ ਨਿਕਟ ਇਹ ਜਿਹੇ। ਇੱਥੇ ਹੀ ਲਖਨੌਰ ਦੇ ਪਾਸ ਦਾ ਇੱਕ ਨਗਰ ਹੈ, ਜਿਸ ਦਾ ਨਾਮ ਹੈ ਨਨਹੇੜੀ ਜੀ। ਘੋਗਾ ਨਾਮ ਮਸੰਦ ਬਸੈਤ ਹੈ। ਤੇ ਇੱਥੋਂ ਦਾ ਇੱਕ ਵਸਣ ਵਾਲਾ ਮਸੰਦ ਹੈ, ਜਿਸ ਦਾ ਨਾਮ ਹੈ ਘੋਗਾ ਮਸੰਦ। ਇਹ ਇਸ ਨਗਰ ਦਾ ਰਹਿਣ ਵਾਲਾ ਸੀ। ਪ੍ਰਥਮ ਗੁਰੂ ਜਬ ਤੀਰਥ ਗਏ। ਪ੍ਰਥਮ ਗੁਰੂ ਭਾਵ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੋਂ ਪਹਿਲਾਂ ਵੱਡੇ ਗੁਰੂ ਸਾਹਿਬਾਨ ਜਿਸ ਵਕਤ ਇਹਨਾਂ ਇਲਾਕਿਆਂ ਤੋਂ ਹੁੰਦੇ ਹੋਏ ਵੱਖ-ਵੱਖ ਸਥਾਨਾਂ ਤੇ, ਤੀਰਥ ਸਥਾਨਾਂ ਤੇ ਗੁਰਸਿੱਖੀ ਦੇ ਪ੍ਰਚਾਰ ਪ੍ਰਸਾਰ ਹਿਤ ਵਿਚਰਦੇ ਸਨ। ਤਬ ਸੋ ਮਿਲਿਓ ਹੁਤੋ ਡਿਗ ਆਏ। ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਇਹ ਮਿਲਦਾ ਹੈ ਜੀ। ਕੇਤਿਕ ਸਮੇਂ ਰਹਿ ਸੰਗ ਗੁਜ਼ਾਰਾ। ਕੇਤਿਕ ਸਮੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਸਾਥ ਇਸਨੇ ਕੁਝ ਸਮਾਂ ਇਸੇ ਵਿਧ ਸੇਵਾ ਹਿਤ ਹਾਜ਼ਰ ਹੋ ਕਰਕੇ ਗੁਜ਼ਾਰਿਆ ਸੀ। ਦਰਬੋ ਲੋਭ ਬਹੁ ਹਿਰਦੇ ਮਜਾਰਾ। ਲੇਕਿਨ ਇਹ ਹਿਰਦੇ ਦੇ ਤਲ ਤੇ ਬੜਾ ਲਾਲਚੀ ਮਨੁੱਖ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਘਰ ਅੰਦਰ ਜਿਹੜੀ ਮਾਇਆ ਸੰਗਤ ਵੱਲੋਂ ਅਰਦਾਸ ਹੁੰਦੀ ਹੈ, ਜਾਂ ਮਹਾਰਾਜ ਕੇ ਘਰ ਦਸਵੰਧ ਦੀ ਜਿਹੜੀ ਮਾਇਆ ਸੰਗਤਾਂ ਦਿੰਦੀਆਂ ਹਨ, ਉਹਦੇ ਵਿੱਚ ਕੁਝ ਆਪਣੀ ਜਿਹੜੀ ਨੀਤ ਹੈ ਸਾਫ਼ ਨਹੀਂ ਰੱਖਦਾ, ਖੋਟੀ ਨੀਤ ਹੈ ਇਸ ਦੀ। ਸੋ ਮਹਾਰਾਜ ਜੀ ਕੇ ਘਰ ਆਏ ਹੋਏ ਧਨ ਵੱਲ ਵੇਖ ਕਰਕੇ ਹਿਰਦੇ ਤੇ ਲੋਭ ਛਾ ਜਾਂਦਾ ਹੈ। ਮਾਤਾ ਗੁਜਰੀ ਕੀ ਇੱਕ ਦਾਸੀ। ਮਾਤਾ ਗੁਜਰ ਕੌਰ ਜੀਆਂ ਦੇ ਪਾਸ ਇੱਕ ਦਾਸੀ ਇਸੇ ਇਲਾਕੇ ਦੀ ਇੱਕ ਸੇਵਾ ਕਰਦੀ ਸੀ। ਸੇਵਾ ਕਰਤ ਰਹਿਤ ਨਿਤ ਪਾਸੀ। ਮਹਾਰਾਜ ਜੀ ਜਿਸ ਵਕਤ ਇਸ ਇਲਾਕੇ ਵਿੱਚ ਆਏ ਸਨ, ਮਾਤਾ ਜੀਓ ਕੇ ਪਾਸ ਇੱਕ ਦਾਸੀ ਜਿਹੜੀ ਹੈ ਇੱਥੋਂ ਦੀ ਸੇਵਾ ਕਰਨ ਦੇ ਲਈ ਆਉਂਦੀ ਸੀ। ਮਹਾਰਾਜ ਜੀ ਕੇ ਪਾਸ ਸੇਵਾ ਕਰਿਆ ਕਰਦੀ ਸੀ। ਤੇ ਬਿਰਮਾਏ ਮੂੜ ਲੈ ਗਇਓ। ਇਹ ਜਿਹੜਾ ਘੋਗਾ ਮਸੰਦ ਹੈ, ਇਹਦੀ ਨੀਅਤ ਜਿਹੜੀ ਹੈ ਸਾਫ਼ ਨਹੀਂ ਹੈ, ਮਨ ਕਰਕੇ ਲੋਭੀ ਹੈ, ਵਕਾਰੀ ਮਨੁੱਖ ਹੈ। ਹਾਲਾਂਕਿ ਜਿਸ ਵਕਤ ਇਹਨੂੰ ਇਹ ਸੇਵਾ ਮਿਲੀ ਹੋਏਗੀ, ਉਸ ਵਕਤ ਇਹ ਕੁਝ ਠੀਕ ਹੋਵੇਗਾ, ਕਿਉਂਕਿ ਆਪਾਂ ਵੇਖਦੇ ਹਾਂ ਇਤਿਹਾਸ ਵਿੱਚ ਹੋਰ ਵੀ ਕਈ ਥਾਵਾਂ ਤੇ ਬਹੁਤੇ ਮਸੰਦ ਐਸੇ ਨੇ ਜਿਨ੍ਹਾਂ ਨੇ ਜਿਸ ਵਕਤ ਤੇ ਸੇਵਾ ਲਈ ਉਸ ਵਕਤ ਤੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨਾਲ ਪ੍ਰੇਮ ਕਰਦੇ ਸਨ, ਲੇਕਿਨ ਸਮਾਂ ਪਾ ਕੇ ਧਨ ਆਦਿਕ ਪਦਵੀ ਪਾ ਕਰਕੇ ਇਹਨਾਂ ਇਹ ਕਿਰਦਾਰ ਤੋਂ ਡੋਲ ਗਏ, ਲੋਭੀ ਹੋ ਗਏ, ਕਾਮੀ ਹੋ ਗਏ। ਇਸ ਵਿਧ ਇੱਥੇ ਘੋਗਾ ਮਸੰਦ ਦਾ ਵੀ ਜ਼ਿਕਰ ਭਾਈ ਸਾਹਿਬ ਜੀ ਲਿਖਦੇ ਹਨ ਕਿ ਇਹ ਜਿਹੜਾ ਘੋਗਾ ਮਸੰਦ ਹੈ, ਇਹ ਮਹਾਰਾਜ ਜੀ ਕੇ ਘਰ ਸੇਵਾ ਕਰਨ ਵਾਲੀ ਜਿਹੜੀ ਦਾਸੀ ਹੈ, ਉਸ ਨੂੰ ਜਿਵੇਂ ਕਿਵੇਂ ਇਸ ਨੇ ਬਾਤਾਂ ਦੇ ਅੰਦਰ ਪਰਮਾ ਲਿਆ ਹੈ। ਪੁਨ ਪਾਛੇ ਪਛਤਾਵਤ ਭਇਓ। ਹੁਣ ਬਾਅਦ ਵਿੱਚ ਇਹ ਜਿਹੜਾ ਹੈ ਨਾ, ਜਿਵੇਂ ਇਸ ਦੀ ਇਹ ਜਿਹੜੀ ਬਾਤ ਹੈ ਜ਼ਾਹਰ ਹੋਈ, ਪਤਾ ਲੱਗਿਆ ਵੀ ਇਹ ਐਸੀ ਨੀਤ ਦਾ ਮਨੁੱਖ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀਆਂ ਨੇ ਇਸ ਦੀ ਤਾੜਨਾ ਵੀ ਕੀਤੀ, ਭਾਵੇਂ ਕਿ ਬਾਅਦ ਵਿੱਚ ਮਹਾਰਾਜ ਨੇ ਇਹਨੂੰ ਫਿਰ ਬਖਸ਼ਿਆ ਵੀ ਸੀ। ਜਿਸ ਵਕਤ ਇਸ ਨੇ ਮਹਾਰਾਜ ਜੀਆਂ ਤੋਂ ਮੁਆਫੀ ਮੰਗੀ, ਸੰਗਤ ਦੇ ਅੰਦਰ ਮੁਆਫੀ ਮੰਗੀ, ਲੇਕਿਨ ਫਿਰ ਬਾਅਦ ਵਿੱਚ ਪਛਤਾਇਆ ਵੀ ਬਹੁਤ ਵੀ ਮਹਾਰਾਜ ਨੇ ਮੈਨੂੰ ਇੰਨੀ ਉੱਚੀ ਪਦਵੀ ਬਖਸ਼ੀ ਸੀ ਤੇ ਮੈਂ ਆਪਣੇ ਜੀਵਨ ਵਿੱਚ ਕਿੱਥੇ ਆ ਕੇ ਡਿੱਗਿਆ। ਸੋ ਇਸ ਵਿਧ ਬਾਅਦ ਵਿੱਚ ਇਹ ਕੁਝ ਪਛਤਾਉਂਦਾ ਵੀ ਹੈ ਜੀ। ਜਬ ਲਖਨੌਰ ਗੁਰੂ ਚਲ ਆਏ। ਜਿਸ ਵਕਤ ਹੁਣ ਦੂਸਰੇ ਦਫਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਲਖਨੌਰ ਵਿਖੇ ਚੱਲ ਕਰਕੇ ਆਏ ਹਨ। ਸੁਨ ਕਰ ਚਹਿਤ ਲਿਓ ਬਖਸ਼ਾਏ। ਤੇ ਹੁਣ ਵੀ ਇਹਦੀ ਦਿਲੀ ਭਾਵਨਾ ਇਹ ਬਣੀ ਹੈ ਵੀ ਜੋ ਮੇਰੇ ਤੋਂ ਪਿਛਲੇ ਸਮੇਂ ਵਿੱਚ ਗਲਤੀਆਂ ਹੋਈਆਂ ਹਨ, ਧੰਨ ਕਰਕੇ ਜਾਂ ਕਿਰਦਾਰ ਕਰਕੇ ਜਿਵੇਂ ਇਹ ਵਰਤਿਆ, ਸੋ ਚਾਹੁੰਦਾ ਹੈ ਵੀ ਮਹਾਰਾਜ ਗੁਰੂ ਤੇਗ ਬਹਾਦਰ ਜੀਆਂ ਨੇ ਜਿਵੇਂ ਮੈਨੂੰ ਛੱਡ ਦਿੱਤਾ ਸੀ, ਬਖਸ਼ ਦਿੱਤਾ ਸੀ, ਦਸਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਵੀ ਮੈਨੂੰ ਬਖਸ਼ ਦੇਣ। ਸੋ ਬਖਸ਼ਾਉਣ ਦੀ ਭਾਵਨਾ ਦੇ ਨਾਲ ਫਿਰ ਮਹਾਰਾਜ ਜੀ ਕੇ ਘਰ ਵਿਖੇ ਹਾਜ਼ਰ ਹੁੰਦਾ ਹੈ। ਖੇਲਤ ਹੁਤੇ ਬ੍ਰਿੰਦ ਮਿਲ ਬਾਲ। ਮਹਾਰਾਜ ਸੱਚੇ ਪਾਤਸ਼ਾਹ ਜੀ ਜਿਸ ਵਕਤ ਆਪਣੇ ਸਾਥੀਆਂ ਦੇ ਨਾਲ ਰਲ ਕਰਕੇ ਦਿਨ ਵੇਲੇ ਕੁਝ ਸਮਾਂ ਆਪਣੀ ਜਿਹੜੀ ਖੇਡ ਹੈ ਉਹ ਖੇਡਦੇ ਹੁੰਦੇ ਸਨ। ਤੈ ਆਨ ਦਰਸੇ ਤਤਕਾਲ। ਉਸ ਥਾਂ ਤੇ ਖੇਡ ਦੇ ਮੈਦਾਨ ਅੰਦਰ ਆ ਕਰਕੇ ਤੇ ਉਸ ਥਾਂ ਤੇ ਮਹਾਰਾਜ ਜੀ ਕੇ ਰੋਜ਼ਾਨਾ ਦਰਸ਼ਨ ਪਾਉਂਦਾ ਹੈ। ਜਦੋਂ ਪਤਾ ਲੱਗਦਾ ਨਾ ਮਹਾਰਾਜ ਜੀ ਦਾ ਸਮਾਂ ਹੋ ਚੁੱਕਿਆ ਹੈ, ਹੁਣ ਸਾਥੀਆਂ ਨਾਲ, ਹਾਣੀਆਂ ਨਾਲ ਟੋਲੀਆਂ ਬਣਾ ਕੇ
ਤੇ ਜੰਗ ਦੇ ਕਰਤੱਵ ਕਰਨਗੇ ਜਾਂ ਹੋਰ ਖੇਡਾਂ ਖੇਡਣਗੇ, ਉਸ ਵਕਤ ਫਿਰ ਉਹ ਸਥਾਨ ਤੇ ਹਾਜ਼ਰ ਹੋ ਜਾਂਦਾ ਜਿੱਥੇ ਮਹਾਰਾਜ ਕੇ ਦਰਸ਼ਨ ਹੋਣੇ ਨੇ। ਸੋ ਮਹਾਰਾਜ ਜੀ ਕੇ ਇਸ ਵੇਲੇ ਰੋਜ਼ਾਨਾ ਦਰਸ਼ਨ ਕਰਦਾ ਹੈ ਜੀ। हाथ जोर निज अर्ज गुजारी। महाराज जी के पास आया एक दिन, महाराज के पास आकर के हाथ जोड़ करके अपनी अर्ज अपनी विनती कीती है। मैं मसंद नित गुर अनुसारी। महाराज सच्चे पातशाह जी, मैं आप जी के घर दा मसंद रहा। पहला इसनूं ये सेवा मिली सी, लेकिन जिस वक्त इसने हरकतां कीतियां महाराज गुरु तेग बहादुर जी ने ਇਹਦੇ ਤੋਂ सेवा वापस ले ली। महाराज ने कहा भी तू साडी संगत की सेवा करन दे योग नहीं है। जिस वक्त तो सब कुछ वापस लिया, फिर इसनूं पता लग्या भी मेरे तो गलती हुई, पछतावे करन लगा। सो महाराज ने गुरु तेग बहादुर जी ने तो इसनूं इन्ना बख्शी दिता, होर ते कुछ कहा नहीं। लेकिन हुण दसवें नानक धन गुरु गोबिंद सिंह साहब महाराज जी की हजूरी में आया है तो फिर पछतावना करता है, महाराज मेरे तो बहुत वड्डी गलती हुई है। मैं आप जी के अनुसारी गुरु के अनुसारी होकर सेवा करता सी, लेकिन एक गलती करके मैं अपनी सारी सेवा जड़ी है गवा बैठा हाँ। आप बास की नस्लख नोर। हुण आप जी इस रूप दे अंदर दसवें अवतार दे रूप अंदर आप लखनौर विखे आकर के ठहरे हुए हो। नह रहबे की निकी ठोर। महाराज आप जियों के पास दर्शन करने तहाया, क्योंकि ये भी मैनू पता है भी कुछ समा आप जिया ने इस स्थान गुजारना है, फिर इस तो अगे चाले कर देने। सो आप जी के दर्शन करने हित आया हाँ। अल्प स्थान अजर मैं जिनके। ते महाराज जिस स्थान ते आप रह रहे हो ना, ये जड़ा है ये स्थान छोटा स्थान है, अल्प स्थान भाव थोड़ा जगह जिमें कह लीए बहुती वड्डी नहीं है। सो महाराज जिस स्थान ते आप रहिंदे हो, ये जड़ा स्थान है कुछ छोटा है जी। कोठे छत छोटे थल तिनके। महाराज जिन्हां दे गृह विखे आप जी का डेरा है, जिन्हां दे गृह विखे आप जी असीन हो, ਉਹ ਉਹਨਾਂ ਪਾਸ ਕੋਈ ਵੱਡੇ ਘਰ ਨਹੀਂ ਹਨ। ਇਸ ਕਰਕੇ ਆਪ ਜੀ ਕੇ ਚਰਨਾਂ ਅੰਦਰ ਬੇਨਤੀ ਕਰਦਾ ਹਾਂ, ਮਮ ਕਰ ਮੈਂ ਕਰ ਨਾ ਕਰ ਚਲੋ। ਜੇਕਰ ਆਪ ਕਿਰਪਾ ਕਰਕੇ ਮੇਰੇ ਘਰ ਵਿਖੇ ਕੁਝ ਸਮੇਂ ਵਸੇਬਾ ਰੱਖੋ ਤੇ ਮੈਂ ਆਪ ਜੀ ਕੀ ਜਿਹੜੀ ਸੇਵਾ ਹੈ ਉਹ ਲੈ ਲਵਾਂਗਾ। ਕਿਰਪਾ ਕਰਕੇ ਆਪ ਮੇਰੇ ਸਾਥ ਮੇਰੇ ਘਰ ਵਿਖੇ ਚੱਲੋ ਜੀ। ਸਮਾਂ ਬਿਤਾਵੋ ਬਸ ਥਲ ਭਲੋ। ਜਿਤਨਾ ਸਮਾਂ ਆਪ ਜੀਆਂ ਨੇ ਲਖਨੌਰ ਵਿਖੇ ਰਹਿਣਾ ਹੈ ਇਸ ਸਥਾਨ ਵਿਖੇ, महाराज आप मेरे गृह विखे ठहर करके ते ओना कुछ समा बतीत करो जी। सुन गुर कहत पाव और तेरे। ते महाराज सच्चे पातशाह जो कि अंतरजामी सतगुरु ने महाराज नूं ते पता है भावें ठीक है अजे आरबला महाराज जी की छोटी है, लेकिन अंदर दी बख्शिश ते संपूर्ण है ना, उहदे विच ते छोटे वड्डे वाली कोई बात हो ही नहीं सकती। सो गुरु गोबिंद सिंह साहब जी महाराज जिन्हां ने इस मसंद की ये बात सुनी तो महाराज कहन लगे हाँ भाई तुहाडा भी जिहड़ा प्यार भावना है भी असीं परखांगे। सुन गुर भाओ, सुन गुर कहत भाओ और तेरे, भी जिहड़ी तेरी प्यार की भावना है ना उस नूं भी असीं वेखांगे जी। चल है प्रथम लह जब हेरे। चल है प्रथम हाँ, जदों किते तुसीं सानूं ਨੀਅਤ ਨਾਲ ਕਹੋਗੇ ਨਾ, ਜਿੱਦਾਂ ਮੰਨ ਲਓ ਮਹਾਰਾਜ ਤੇ ਜਾਣਦੇ ਨੇ ਵੀ ਜੋ ਕੁਝ ਇਸਨੇ ਕੀਤਾ ਹੋਇਆ ਮਹਾਰਾਜ ਤੋਂ ਤੇ ਕੁਝ ਲੁਕਿਆ ਨਹੀਂ ਹੈ ਅੰਤਰਜਾਮੀ ਸਤਿਗੁਰੂ ਤੋਂ। ਸੋ ਮਹਾਰਾਜ ਕਹਿਣ ਲੱਗੇ ਕਿ ਤੇਰਾ ਪਿਆਰ ਨੂੰ ਦੇਖਾਂਗੇ ਅਸੀਂ, ਤੇਰੇ ਘਰ ਵੀ ਆਵਾਂਗੇ, ਲੇਕਿਨ ਅਜੇ ਨਹੀਂ। ਜਦੋਂ ਤੂੰ ਕਿਤੇ ਸਾਨੂੰ ਸਿੱਖਵਤ ਯਾਦ ਕਰੇਂਗਾ ਉਸ ਵਕਤ ਤੇਰੇ ਵੱਡੇ ਘਰ ਅੰਦਰ ਆਉਣਾ ਹੈ। ਬਿਨ ਅਸਵਾਰੀ ਹੈ ਨਾ ਪਿਆਨਾ। ਮਹਾਰਾਜ ਨੇ ਨਾ ਇੱਕ ਕਿਸਮ ਇਸ ਨੂੰ ਟਾਲ ਹੀ ਦਿੱਤਾ, क्योंकि महाराज ਇਹਦੀ ਕਰਨੀ ਨੂੰ ਜਾਣਦੇ ਨੇ ਜੋ ਕੁਝ ਇਸਨੇ ਕੀਤਾ ਹੈ। ਸੋ ਮਹਾਰਾਜ ਕਹਿਣ ਲੱਗੇ ਕਿ ਭਾਈ ਵੇਖੋ ਅਜੇ ਸਾਡੇ ਪਾਸ ਨਾ ਸਵਾਰੀ ਕਰਨ ਦੇ ਲਈ ਕੋਈ ਸਾਧਨ ਨਹੀਂ ਹੈ, ਕਿਉਂਕਿ ਸਾਧਨ ਜਿਹੜੇ ਹਨ ਉਹ ਸ਼੍ਰੀ ਅਨੰਦਪੁਰ ਸਾਹਿਬ ਤੋਂ ਅਸੀਂ ਮੰਗਾਏ ਹਨ। ਸੋ ਜਿਸ ਵਕਤ ਸਾਧਨ ਆਉਣਗੇ ਭਾਵ ਪਾਲਕੀ ਆਦਿਕ ਘੋੜੇ ਆਦਿਕ ਆਉਣਗੇ, ਫਿਰ ਉਸ ਵਕਤ ਅਸੀਂ ਤੁਹਾਡੇ ਨਾਲ ਜਾਵਾਂਗੇ ਜੀ। ਪਹੁੰਚੈ ਜਬੂ ਆਏ ਕਿਕਾਨਾ। ਜਿਸ ਵਕਤ ਰੱਥ ਘੋੜੇ ਅਨੰਦਪੁਰ ਸਾਹਿਬ ਤੋਂ ਆ ਜਾਣਗੇ ਫਿਰ ਤੁਹਾਡੇ ਗ੍ਰਹਿ ਵਿਖੇ ਜ਼ਰੂਰ ਆਵਾਂਗੇ। ਇਮਬੋ ਬਹੁ ਬਾਰ ਆਏ ਕਰ ਪਾਸ। ਇਸ ਵਿਦਨਾ ਇਸ ਮਸੰਦ ਨੇ ਮਹਾਰਾਜ ਜੀਆਂ ਨੂੰ ਬੜੀ ਵਾਰ ਬੇਨਤੀਆਂ ਕੀਤੀਆਂ, ਲੇਕਿਨ ਇਹਦੀ ਜਿਹੜੀ ਬੇਨਤੀ ਹੈ ਮਹਾਰਾਜ ਕੇ ਘਰ ਪ੍ਰਵਾਨ ਨਹੀਂ ਹੋਈ। ਨਾ ਹੀ ਮਹਾਰਾਜ ਨੇ ਜਾਣ ਦੇ ਲਈ ਕੋਈ ਹੁਕਮ ਕੀਤੇ,
ਜਦੋਂ ਵੀ ਇਹ ਬੇਨਤੀ ਕਰਦਾ ਹੈ ਮਹਾਰਾਜ ਕਿਸੇ ਨਾ ਕਿਸੇ ਰੂਪ ਵਿੱਚ ਕੋਈ ਨਾ ਕੋਈ, ਜਿਵੇਂ ਕਹਿ ਲਈਏ ਬਹਾਨਾ ਕਰਕੇ, ਤੇ ਇਸ ਨੂੰ ਬਾਤ ਕਹਿ ਦਿੰਦੇ ਹਨ। ਇਤਲੇ ਚਲਨ ਕਰੈ ਅਰਦਾਸ। ਮਹਾਰਾਜ ਜੀਆਂ ਨੂੰ ਸੰਗ ਆਪਣੇ ਗ੍ਰਹਿ ਵਿਖੇ ਠਹਿਰਾਉਣ ਦੇ ਲਈ ਬਹੁਤ ਬੇਨਤੀਆਂ ਕਰਦਾ ਹੈ, ਲੇਕਿਨ ਇਸ ਦੀ ਬੇਨਤੀ ਪ੍ਰਵਾਨ ਨਹੀਂ ਹੈ ਜੀ। ਸਤਿਗੁਰ ਨਿਜ ਮਾਤਨ ਸੋ ਕਹੈ। ਮਹਾਰਾਜ ਸੱਚੇ ਪਾਤਸ਼ਾਹ ਆਪਣੇ ਨਿੱਜੀ ਮਾਤਾ ਮਾਤਾ ਗੁਜਰ ਕੌਰ ਜੀ, ਮਾਤਾ ਨਾਨਕੀ ਜੀ ਹੋਰਾਂ ਨੂੰ ਕੁਝ ਬਚਨ ਕਹਿੰਦੇ ਹਨ। ਇਕ ਮਸੰਦ ਕੈ ਮਮ ਕਰ ਰਹੈ। ਇੱਕ ਮਸੰਦ ਕੇ ਮਮ ਕਰ ਰਹਿ, ਭਾਵ ਅਸੀਂ ਇੱਕ ਮਸੰਦ ਦੇ ਘਰ ਵਿਖੇ ਠਹਿਰੇ ਹਾਂ, ਉੱਥੇ ਰੁਕਦੇ ਹਾਂ ਜੀ। ਥਾਨ ਕੁਸਾਦ ਸਦਨ ਹੈ ਸੁੰਦਰ। ਮਹਾਰਾਜ ਜੀ ਕਹਿੰਦੇ ਹਨ ਕਿ ਉਹ ਮਸੰਦ ਸਾਨੂੰ ਹੁਣ ਵੀ ਕਹਿੰਦਾ ਹੈ ਵੀ ਸਾਡਾ ਜਿਹੜਾ ਘਰ ਹੈ ਉਹ ਸੁੰਦਰ ਹੈ, ਵੱਡਾ ਹੈ, ਕਿਉਂਕਿ ਮਹਾਰਾਜ ਇੱਥੇ ਦੋ ਬਾਤਾਂ ਇਕੱਠੀਆਂ ਚੱਲਦੀਆਂ ਨੇ। ਜਿਵੇਂ ਪਿਛਲੇ ਸਮੇਂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਰੁਕੇ ਸਨ ਤੇ ਇਹਨੇ ਸੇਵਾ ਕੀਤੀ ਤੇ ਉੱਥੇ ਉਸਨੇ ਇਹ ਜਿਹੜੀ ਹਰਕਤ ਕਰ ਦਿੱਤੀ। ਹੁਣ ਮਹਾਰਾਜ ਮਾਤਾ ਜੀ ਇਹਨੂੰ ਕਹਿੰਦੇ ਹਨ ਕਿ ਉਹ ਜਿਹੜਾ ਮਸੰਦ ਜੀ ਦੇ ਘਰ ਵਿਖੇ ਠਹਿਰੇ ਨੇ, ਪਹਿਲੇ ਪਿਤਾ ਗੁਰਦੇਵ ਜੀ ਰਹਿਆ ਸੀ, ਤੇ ਹੁਣ ਉਹ ਫਿਰ ਦੁਬਾਰਾ ਸਾਡੇ ਪਾਸ ਆ ਕਰਕੇ ਸਾਨੂੰ ਬੇਨਤੀ ਕਰਦਾ ਹੈ। ਲਿੰਪਨ ਬਨੇ ਵਹਿਰ ਅਰ ਅੰਦਰ। ਕਹਿੰਦਾ ਹੈ ਕਿ ਬਹੁਤ ਸੁੰਦਰ ਘਰ ਬਣਿਆ ਹੋਇਆ ਹੈ, ਅੰਦਰ ਬਾਹਰ ਕਿਤੇ ਆਪ ਜਾ ਕਰਕੇ ਠਹਿਰਨਾ ਕਰੋ, ਫਿਰ ਪਤਾ ਲੱਗੇਗਾ। ਅਤ ਸੁੰਦਰ ਦ੍ਰਿਸ਼ ਹਨ। ਸ੍ਰੀ ਗੁਜਰੀ ਨੇ ਜਾਣੈ ਤਾਹੀ। ਮਾਤਾ ਗੁਜਰ ਕੌਰ ਜੀ ਜਿਹੜੇ ਕਿ ਪੂਰਨ ਤੌਰ ਤੇ ਉਸ ਗੱਲ ਤੋਂ ਜਾਣੂ ਪਾਵੇ ਨਹੀਂ ਨੇ, ਲੇਕਿਨ ਫਿਰ ਵੀ ਆਪਣੇ ਪੁੱਤਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦੇ ਨਾਲ ਕੁਝ ਬਾਤ ਕਰਦੇ ਹਨ। ਸੁਤ ਜਨ ਭਨਤ ਚਲਨ ਅਬ ਨਾਹੀ। ਸੁਤ ਜਨ ਭਨਤ ਆਪਣੇ ਸੁਪੁੱਤਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਨਾਲ ਬਾਤ ਕਰਦੇ ਹਨ। ਚਲਨ ਅਬ ਨਾਹੀ, ਅਜੇ ਨਹੀਂ ਕੁਝ ਸਮਾਂ, ਜਿੱਥੇ ਠਹਿਰੇ ਹਾਂ ਇੱਥੇ ਹੀ ਠੀਕ ਹੈ, ਫਿਰ ਕਿਤੇ ਸਮਾਂ ਬਣਦਾ ਹੈ ਫਿਰ ਆਪਾਂ ਦੇਖਾਂਗੇ ਜੀ। ਇਮ ਕੇਤਿਕ ਦਿਨ ਬੀਤੇ ਜਬੈ। ਇਸ ਵੇਦ ਜਦੋਂ ਕੁਝ ਦਿਨ ਜਿਹੜੇ ਹਨ ਉਹ ਬਤੀਤ ਹੋ ਗਏ ਸਨ। ਜਲ ਮੀਠੋ ਲਖਨੌਰ ਨ ਸਬੈ। ਤੇ ਨਾਲ ਦੂਸਰੀ ਵਾਰਤਾ ਭਾਈ ਸੰਤੋਖ ਸਿੰਘ ਜੀ ਹੋਰਾਂ ਨੇ ਸਾਂਝੀ ਕੀਤੀ ਹੈ ਕਿ ਜਿਸ ਥਾਂ ਤੇ ਮਹਾਰਾਜ ਰਹਿੰਦੇ ਨੇ ਨਾ, ਲਖਨੌਰ ਦੀ ਧਰਤੀ, ਇੱਥੇ ਪਾਣੀ ਮਿੱਠਾ ਨਹੀਂ ਹੈ। ਵਰਤਣ ਵਾਲਾ ਜਿਹੜਾ ਜਲ ਹੈ ਨਾ ਉਹ ਕੁਝ ਖਾਰਾ ਹੈ। ਵਰਤੋਂ ਤਾਂ ਹੁੰਦੀ ਹੈ, ਲੇਕਿਨ ਜਿਸ ਵੇਲੇ ਮਿੱਠੇ ਜਲ ਦੀ ਜਿਹੜੀ ਵਰਤੋਂ ਹੁੰਦੀ ਹੈ ਤੇ ਖਾਰੇ ਜਲ ਦੇ ਵਿੱਚ ਬੜਾ ਅੰਤਰ ਹੁੰਦਾ। ਭਾਈ ਸਾਹਿਬ ਜੀ ਕਹਿੰਦੇ ਨੇ ਜਿਸ ਥਾਂ ਤੇ ਮਹਾਰਾਜ ਟਿਕੇ ਹੋਏ ਸਨ ਉਹ ਸਾਰੇ ਇਲਾਕੇ ਦੇ ਵਿੱਚ ਕਿਤੇ ਵੀ ਕੋਈ ਮਿੱਠਾ ਜਲ ਹੈ ਨਹੀਂ ਸੀ। ਪਾਨ ਕਰਤ ਗੁਰ ਕੇਤਕ ਬਾਰੀ। ਤੇ ਕਈ ਵਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਜਲ ਛਕਦਿਆਂ ਹੋਇਆਂ ਆਪਣੇ ਮੁਖ ਤੋਂ ਵੀ ਇਹ ਵਚਨ ਕਹਿ ਦਿੰਦੇ ਹੁੰਦੇ ਸਨ ਵੀ ਇੱਥੋਂ ਦਾ ਜਿਹੜਾ ਪਾਣੀ ਹੈ ਉਹ ਖਾਰਾ ਹੈ, ਵਰਤਨ ਯੋਗ ਨਹੀਂ ਹੈ, ਮਿੱਠਾ ਨਹੀਂ ਹੈ ਜੀ। ਕਹਿ ਇਹ ਖਾਰੀ ਇਹ ਬਾਰੀ। ਮਹਾਰਾਜ ਕਹਿ ਦਿੰਦੇ ਹੁੰਦੇ ਸਨ ਵੀ ਇਹ ਧਰਤੀ ਖਾਰੀ ਲੱਗਦੀ ਹੈ ਸਾਨੂੰ। ਇੱਥੇ ਨਾਲ ਦੇ ਇਲਾਕੇ ਦੂਰ ਤੱਕ ਜਿੱਥੋਂ ਤੱਕ ਵੀ ਪਾਣੀ ਛਕਣ ਨੂੰ ਮਿਲਦਾ ਜਲ, ਉਹ ਸਾਰੇ ਦਾ ਸਾਰਾ ਇੱਕੋ ਜਿਹਾ ਖਾਰਾ ਹੀ ਹੈ ਜੀ। ਆਛੋ ਸਵਾਦ ਨਾ ਪੀਵਨ ਬਿਖੈ। ਤੇ ਜਦੋਂ ਕਿਤੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਆਪਣੇ ਮੁਖ ਵਿੱਚ ਉਹ ਜਲ ਪਾਉਣਾ ਤੇ ਮਹਾਰਾਜ ਨੇ ਕਹਿ ਦੇਣਾ ਵੀ ਇਹ ਪੀਣ ਦੇ ਵਿੱਚ ਸਵਾਦਲਾ ਨਹੀਂ ਹੈ। ਜਿਵੇਂ ਇਉਂ ਕਹਿ ਲਈਏ ਵੀ ਲੋੜ ਅਨੁਸਾਰ ਵਰਤੋਂ ਤੇ ਕਰਨੀ ਪੈਂਦੀ ਹੈ, ਲੇਕਿਨ ਜਿੰਨਾ ਕੁ ਸਵਾਦਲੇ ਪਾਣੀ ਦਾ ਰਸ ਹੁੰਦਾ ਹੈ, ਮਿੱਠਾ ਜਲ ਜਿਸ ਬਿਧ ਮਨੁੱਖ ਦੀ ਪਿਆਸ ਨੂੰ ਤ੍ਰਿਪਤ ਕਰਦਾ ਹੈ, ਖਾਰਾ ਪਾਣੀ ਜਿਹੜਾ ਉੱਦਾਂ ਮਨੁੱਖ ਨੂੰ ਤ੍ਰਿਪਤ ਨਹੀਂ ਕਰ ਸਕਦਾ। ਮਹਾਰਾਜ ਨੇ ਕਈ ਵਾਰ ਇਹ ਬਚਨ ਕੀਤੇ ਸਨ ਇਸ ਜਲ ਨੂੰ ਪੀਂਦਿਆਂ ਹੋਇਆਂ ਵੀ ਇਹ ਜਿਹੜਾ ਜਲ ਹੈ ਸਾਡੀ ਪਿਆਸ ਨਹੀਂ ਬੁਝਾਉਂਦਾ ਹੈ ਜੀ। ਮਧੁਰ ਆਕੋ ਕੂਪ ਨਾ ਪਿਖੈ। ਮਧੁਰ ਦੇ ਭਾਵ ਅਰਥ ਹੁੰਦੇ ਨੇ ਮਿੱਠਾ। ਮਿੱਠੇ ਜਲ ਦਾ ਇੱਥੇ ਕੋਈ ਖੂਹ ਸਾਨੂੰ ਨਹੀਂ ਮਿਲਿਆ। ਜਿੱਥੇ ਜਿੱਥੇ ਵੀ ਮਹਾਰਾਜ ਵਿਚਰੇ ਹਨ ਲਖਨੌਰ ਵਿਖੇ, ਤੇ ਜਿੱਥੋਂ ਜਿੱਥੋਂ ਦਾ ਪਾਣੀ ਮਹਾਰਾਜ ਜੀਆਂ ਨੇ ਰਸਨਾ ਲਾਇਕ ਕੀਤਾ ਹੈ ਉਹ ਇੱਕੋ ਜਿਹਾ ਪਾਣੀ ਭਾਵ ਖਾਰਾ ਜਲ ਹੀ ਮਿਲਿਆ ਹੈ। ਮਿੱਠਾ ਜਲ ਕਿਤੇ ਵੀ ਸਾਨੂੰ ਪੀਣ ਨੂੰ ਨਹੀਂ ਮਿਲਿਆ ਹੈ ਜੀ। ਸੁਨ ਗੁਜਰੀ ਚਿਤ ਚਿੰਤ ਉਪਾਵੈ। ਤੇ ਜਿਸ ਵਕਤ ਮਾਤਾ ਗੁਜਰ ਕੌਰ ਜੀ ਇਹ ਬਚਨ ਸੁਣਦੇ ਹਨ ਤੇ ਉਹ ਆਪਣੇ ਮਨ ਦੇ ਅੰਦਰ ਥੋੜੀ ਜਿਹੀ ਇਸ ਪੱਖ ਤੋਂ ਚਿੰਤਾ ਕਰਦੇ ਹਨ ਕਿ ਮਹਾਰਾਜ ਸੱਚੇ ਪਾਤਸ਼ਾਹ ਤੇ ਹੁਣ ਤੁਹਾਡੀ ਕਿਰਪਾ ਸਦਕਾ ਹੀ ਮਿੱਠਾ ਹੋ ਸਕਦਾ। ਸੋ ਇਸ ਵੇਦ ਜਿਹੜੀ ਵਿਚਾਰ ਹੈ ਮਹਾਰਾਜ ਜੀ ਕੀ ਹੁੰਦੀ ਹੈ ਜੀ। ਆਸਨਾ ਹੋਇ ਅਪਰ ਥਲ ਜਾਵੈ। ਆਸਨਾ ਹੋਇ ਭਾਵ ਹੁਣ ਇਦਾਂ ਤੇ ਸੰਭਵ ਨਹੀਂ ਹੈ ਕਿ ਅਸੀਂ ਇਸ ਥਾਂ ਤੋਂ ਕਿਤੇ ਹੋਰ ਚਲੇ ਜਾਈਏ ਤੇ ਉਸ ਥਾਂ ਤੇ ਜਾ ਕੇ ਮਿੱਠਾ ਜਲ ਗ੍ਰਹਿਣ ਕਰੀਏ। ਹੁਣ ਜਿਤਨਾ ਸਮਾਂ ਇਸ ਥਾਂ ਲਖਨੌਰ ਵਿਖੇ ਰੁਕਣਾ ਹੈ ਉਹਨਾਂ ਸਮਾਂ ਤੇ ਹੀ ਜਲ ਛਕਣਾ ਪੈਣਾ। ਉਸ ਤੋਂ ਬਾਅਦ ਜਦੋਂ ਕਿਤੇ ਸ਼੍ਰੀ ਅਨੰਦਪੁਰ ਸਾਹਿਬ ਬੰਨੇ ਜਾਂ ਹੋਰ ਇਲਾਕੇ 'ਚ ਮਹਾਰਾਜ ਜਾਣਗੇ ਫਿਰ ਉੱਥੋਂ ਦਾ ਜਿਹੜਾ ਜਲ ਹੈ ਉਹ ਪੀ ਕਰਕੇ ਆਪ ਤ੍ਰਿਪਤ ਹੋ ਜਾਣਾ।
ਸੋ ਇਸ ਵਿਧ ਕੁਝ ਵਿਚਾਰਾਂ ਨੇ ਜਿਹੜੀਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਮਾਤਾ ਗੁਜਰ ਕੌਰ ਜੀ ਕੇ ਸੰਗ ਮਹਾਰਾਜ ਕੀਆਂ ਹੁੰਦੀਆਂ ਹਨ। ਜੇਠੇ ਸੰਗ ਬੂਝਨਾ ਠਾਨੀ। ਤੇ ਲਖਨੌਰ ਦਾ ਜਿਹੜਾ ਹੁਣ ਮੌਜੂਦਾ ਮਸੰਦ ਹੈ ਭਾਈ ਜੇਠਾ, ਮਾਤਾ ਜੀਆਂ ਨੇ ਉਹਦੇ ਨਾਲ ਵੀ ਬਾਤ ਕੀਤੀ ਹੈ ਕਿ ਵੇਖੋ ਭਾਈ, ਕੋਈ ਮਿੱਠਾ ਜਲ ਖੂਹ ਕੋਈ ਹੈ ਨਹੀਂ ਐਸਾ ਜਿਹਦਾ ਪਾਣੀ ਆਪਾਂ ਲਿਆ ਕਰਕੇ ਮਹਾਰਾਜ ਜੀਆਂ ਨੂੰ ਛਕਾ ਸਕੀਏ, ਕਿਉਂਕਿ ਜਿੱਥੋਂ ਤੱਕ ਵੀ ਪਤਾ ਲੱਗਿਆ ਹੈ ਸਾਰੇ ਖੂਹਾਂ ਦਾ ਜਿਹੜਾ ਜਲ ਹੈ ਉਹ ਖਾਰਾ ਹੈ ਜੀ। ਨੀਕੋ ਹੈ ਕਿ ਨੈ ਕਿਤ ਪਾਣੀ। ਕਿਸੇ ਖੂਹ ਦਾ ਕੋਈ ਚੰਗਾ ਪਾਣੀ ਹੋਵੇ ਇਲਾਕੇ ਵਿੱਚ, ਤੁਸੀਂ ਸੁਣਿਆ ਹੋਵੇ, ਕਿਉਂਕਿ ਜੇਠਾ ਮਸੰਦ ਇੱਥੋਂ ਦਾ ਹੀ ਹੈ, ਮਹਾਰਾਜ ਕਾ ਥਾਪਿਆ ਹੋਇਆ। ਸੋ ਤੁਹਾਨੂੰ ਕਿਤੇ ਪਤਾ ਹੋਵੇ ਇੱਥੋਂ ਕੁਝ ਦੂਰ ਕੋਈ 1 2 4 ਕੋ ਤੇ ਕੋਈ ਖੂਹ ਜੀ ਦਾ ਮਿੱਠਾ ਜਲ ਹੋਵੇ ਭਾਈ, ਉੱਥੋਂ ਤੁਸੀਂ ਭਰ ਕੇ ਲਿਆ ਕੇ ਤੇ ਮਹਾਰਾਜ ਕੀ ਸੇਵਾ ਵਿੱਚ ਹਾਜ਼ਰ ਕਰ ਦਿਓ। ਮਹਾਰਾਜ ਨੂੰ ਇਹ ਜਲ ਜਿਹੜਾ ਪਾਉਂਦਾ ਨਹੀਂ ਹੈ। ਸੋ ਇਸ ਵਿਧ ਮਹਾਰਾਜ ਕੇ ਮਾਤਾ ਗੁਜਰ ਕੌਰ ਜੀ ਭਾਈ ਜੇਠਾ ਮਸੰਦ ਜਿਹੜਾ ਹੈ ਉਸ ਨੂੰ ਪੁੱਛਦੇ ਹਨ, ਰੁਚੈ ਨਹੀਂ ਇਹ ਸਾਹਿਬ ਜਾਦੇ। ਕਿਉਂਕਿ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਹ ਜਲ ਪੀ ਕਰਕੇ ਤ੍ਰਿਪਤ ਨਹੀਂ ਹੁੰਦੇ, ਪ੍ਰਸੰਨ ਨਹੀਂ ਹੁੰਦੇ ਹਨ। ਸਭ ਕੋ ਲੱਗੇ ਨਹੀਂ ਕੁਛ ਸਵਾਦੇ। ਤੇ ਅਸਲ ਗੱਲ ਇਹ ਵੀ ਹੈ ਵੀ ਇਕੱਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨਹੀਂ, ਮਹਾਰਾਜ ਕੇ ਮਾਤਾ ਜੀ ਜਾਂ ਹੋਰ ਵੀ ਜਿਤਨੇ ਸਿੱਖ ਟਹਿਲੂਏ ਸੇਵਾ ਵਿੱਚ ਹਨ, ਇਹ ਕਿਸੇ ਨੂੰ ਵੀ ਸਵਾਦ ਨਹੀਂ, ਬਸ ਇਉਂ ਕਹਿ ਲਈਏ ਵੀ ਮਜਬੂਰੀ ਵੱਤ ਛਕਣਾ ਪੈਂਦਾ, ਹੋਰ ਕੋਈ ਚਾਰਾ ਨਹੀਂ ਹੈ। ਪਾਣੀ ਸਾਰਾ ਹੀ ਖੂਹਾਂ ਦਾ ਖਾਰਾ ਹੈ, ਲੇਕਿਨ ਇੱਕ ਮਜਬੂਰੀ ਅੰਦਰ ਹੀ ਸਭ ਛਕ ਰਹੇ ਹਨ, ਕੋਈ ਵੀ ਪ੍ਰਸੰਨ ਨਹੀਂ ਹੈ। ਜੋਰ ਹਾਥ ਤਿਨ ਭਨਿਓ ਸੁਨਾਈ। ਫਿਰ ਭਾਈ ਜੇਠਾ ਜੀ ਜਿਸ ਵਕਤ ਮਾਤਾ ਜੀਓ ਕੀ ਬਾਤ ਸੁਣਦੇ ਹਨ, ਹੱਥ ਜੋੜ ਕਰਕੇ ਫਿਰ ਆਪਣੇ ਮੁਖ ਤੋਂ ਵਿਨਤੀ ਕਰਦੇ ਹਨ, ਕਿਰਪਾ ਤੁਮਾਰੀ ਜੇ ਹੋਏ ਜਾਈ। ਕਹਿਣ ਲੱਗੇ ਮਾਤਾ ਜੀ ਜੇ ਆਪ ਜੀਓ ਕੀ ਜਾਂ ਸਤਿਗੁਰੂ ਜੀ ਕੀ ਕਿਰਪਾ ਹੋਵੇ ਤੇ ਮਿੱਠਾ ਹੋ ਸਕਦਾ, ਵਰਨਾ ਜਿੱਥੋਂ ਤੱਕ ਸਾਨੂੰ ਪਤਾ ਹੈ ਪੂਰੇ ਇਲਾਕੇ ਦੇ ਵਿੱਚ ਸਾਰੇ ਥਾਵਾਂ ਤੇ ਐਸਾ ਹੀ ਹੈ। ਜਿੱਥੇ ਜਿੱਥੇ ਵੀ ਕੋਈ ਖੂਹ ਚੱਲਦਾ ਹੈ ਨਾ, ਸਾਰਿਆਂ ਦਾ ਪਾਣੀ ਜਿਹੜਾ ਹੈ ਉਹ ਇੱਕੋ ਜਿਹਾ ਹੀ ਹੈ, ਭਾਵ ਖਾਰਾ ਜਲ ਹੀ ਹੈ ਜੀ। ਪਾਨੇ ਬਾਗ ਤੇ ਮਿੱਠੋ ਹੋਏ। ਤੇ ਭਾਈ ਜੇਠਾ ਜੀ ਕਹਿਣ ਲੱਗੇ ਮਹਾਰਾਜ ਜੇ ਕਿਤੇ ਆਪ ਆਪਣੀ ਰਸਨਾ ਤੋਂ ਕੋਈ ਬਖਸ਼ਿਸ਼ ਕਰੋ ਨਾ, ਆਪ ਜੀ ਆਪਣੇ ਮੁਖ ਤੋਂ ਕਿਤੇ ਕੋਈ ਵਾਕ ਉਚਾਰਨ ਕਰੋ ਤੇ ਇਹ ਮਿੱਠਾ ਹੋ ਸਕਦਾ ਹੈ। ਉੱਦਾਂ ਇਸ ਇਲਾਕੇ ਦੇ ਵਿੱਚ ਜਿਹੜਾ ਧਰਤੀ ਦੇ ਤਲ ਦਾ ਪਾਣੀ ਹੈ, ਪੁਰਾਣੇ ਸਮੇਂ ਦੇ ਵਿੱਚ ਸਾਰਾ ਖੂਹਾਂ ਦਾ ਪਾਣੀ ਵਰਤਿਆ ਜਾਂਦਾ ਸੀ, ਸੋ ਉਹ ਸਾਰੇ ਥਾਵਾਂ ਤੇ ਹੀ ਖਾਰਾ ਹੈ ਜੀ। ਪਾਨ ਕਰੈ ਸਵਾਦਲ ਸਭ ਕੋਏ। ਕਿ ਜੇ ਆਪ ਕਿਰਪਾ ਕਰਕੇ ਮੁਖ ਤੋਂ ਵਚਨ ਪ੍ਰਕਾਸ਼ ਕਰਕੇ ਜਲ ਨੂੰ ਮਿੱਠਾ ਕਰ ਦੇਵੋ ਤੇ ਫਿਰ ਜਿਤਨੇ ਵੀ ਜੀਵ ਇਸ ਧਰਤੀ ਤੇ ਵਸਦੇ ਹਨ, ਜਿਤਨੇ ਵੀ ਮਨੁੱਖ ਰਹਿੰਦੇ ਹਨ, ਸਾਰੇ ਮਿੱਠਾ ਜਲ ਛਕ ਲੈਣਗੇ। ਪਰੰਤੂ ਇਹ ਕਿਰਪਾ ਕੇਵਲ ਆਪ ਹੀ ਕਰ ਸਕਦੇ ਹੋ। ਕਿਸੀ ਕੂਪ ਕੋ ਮਦਰ ਨਾ ਹੈ। ਇਸ ਇਲਾਕੇ ਦੇ ਅੰਦਰ ਤਾਂ ਕੋਈ ਖੂਹ ਵੀ ਐਸਾ ਨਹੀਂ ਹੈ ਜਿਸ ਦਾ ਪਾਣੀ ਕਿਤੇ ਛਕਣ ਵਿੱਚ ਅਤ ਸਵਾਦਲਾ ਅਤ ਮਿੱਠਾ ਹੋਵੇ। ਇਹ ਬੇਨੰਤੀ ਸਗਰੇ ਨਰਕ ਹੈ। ਤੇ ਮਹਾਰਾਜ ਆਪ ਜੀਆਂ ਤੋਂ ਪਹਿਲਾਂ ਵੀ ਇਹ ਪੂਰੇ ਇਲਾਕੇ ਦੀ ਜਿਤਨੀ ਲੋਕਾਈ ਹੈ, ਸਾਰੀ ਇਹ ਬਾਤ ਕਹਿੰਦੇ ਹਨ ਵੀ ਮਜਬੂਰੀ ਦੇ ਅੰਦਰ ਹੀ ਇਹ ਸਾਨੂੰ ਵਰਤਣਾ ਪੈਂਦਾ ਹੈ, ਵਰਨਾ ਇਹ ਜਿਹੜਾ ਜਲ ਹੈ ਇਹ ਪੀਣ ਯੋਗ ਨਹੀਂ ਹੈ ਜੀ। ਸੁਨ ਗੁਜਰੀ ਨੈ ਜਾਣਿਓ ਪਾਣੀ। ਫਿਰ ਅੱਗੇ ਮਾਤਾ ਗੁਜਰ ਕੌਰ ਜੀ ਜਿਸ ਵਕਤ ਭਾਈ ਜੇਠਾ ਜੀ ਉਹਨਾਂ ਦੀ ਬਾਤ ਸੁਣਦੇ ਹਨ, ਫਿਰ ਅੱਗੇ ਆਪਣੇ ਮੁਖ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀਓ ਕੇ ਸਾਥ ਵੀ ਬਚਨ ਕਰਦੇ ਹਨ ਤੇ ਨਾਲ ਇਹ ਵੀ ਕਿਹਾ ਵੀ ਹਾਂ ਉਹ ਜਿਹੜਾ ਪਾਣੀ ਹੈ ਉਹ ਲੈ ਕਰ ਆਓ। ਨੰਦਨ ਦਿਸਤੇ ਚਿੰਤ ਮਹਾਨੀ। ਕਿਉਂਕਿ ਇਸ ਪਾਣੀ ਦੇ ਨਾਲ, ਇਸ ਜਲ ਦੇ ਨਾਲ ਸਾਡੇ ਸੁਪੁੱਤਰ ਲਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੀ ਪ੍ਰਸੰਨ ਨਹੀਂ ਹਨ। ਬਾਹੁਰ ਗ੍ਰਾਮ ਕੇ ਜੇ ਨਰ ਨਾਰੀ। ਤੇ ਜਿਵੇਂ ਮਹਾਰਾਜੀਆਂ ਨੂੰ ਇਹ ਜਲ ਨਹੀਂ ਪਾਉਂਦਾ, ਇਸੇ ਤਰ੍ਹਾਂ ਹੀ ਹੋਰ ਨਗਰ ਦੇ ਜਿਤਨੇ ਨਰ ਨਾਰੀ ਮਨੁੱਖ ਆਦਿਕ ਹਨ, ਉਹਨਾਂ ਨੂੰ ਵੀ ਇਹ ਜਲ ਚੰਗਾ ਨਹੀਂ ਲੱਗਦਾ ਹੋਣਾ। ਸਭ ਪੀਵਤ ਖਾਰੀ ਅਸਬਾਰੀ। ਸਾਰੇ ਹੀ ਇਹ ਜਿਹੜਾ ਖਾਰਾ ਪਾਣੀ ਪੀ ਕਰਕੇ ਆਪਣਾ ਜਿਹੜਾ ਗੁਜ਼ਾਰਾ ਹੈ ਉਹ ਕਰਦੇ ਹਨ, ਵਰਨਾ ਪੀਣ ਵਿੱਚ ਇਹਦਾ ਕੋਈ ਸਵਾਦ ਨਹੀਂ ਹੈ ਜੀ। ਕਹਿ ਜੇਠੇ ਕੋ ਪੰਚ ਬੁਲਾਏ। ਭਾਈ ਜੇਠਾ ਜੀ ਹੋਰਾਂ ਨੂੰ ਮਾਤਾ ਜੀਆਂ ਨੇ ਹੁਕਮ ਦਿੱਤਾ ਕਿ ਇਉਂ ਕਰੋ, ਨਗਰ ਦੇ ਜਿਹੜੇ ਮੁਖੀ ਪਤਵੰਤੇ ਸੱਜਣ ਹਨ ਨਾ, ਪੰਚ, ਤੁਸੀਂ ਉਹਨਾਂ ਨੂੰ ਸੱਦ ਕਰਕੇ ਲਿਆਓ, ਕਿਉਂਕਿ ਇਹ ਲਖਨੌਰ ਨਗਰ ਵਿੱਚ ਮਹਾਰਾਜ ਠਹਿਰੇ ਨੇ ਪਿਛਲੇ ਕੁਝ ਦਿਨਾਂ ਤੋਂ।
ਤੇ ਇਸ ਨਗਰ ਦੇ ਜਿਹੜੇ ਮੁਖੀਏ ਨੇ, ਜਿਵੇਂ ਪੰਚ ਸਰਪੰਚ ਆਦਿਕ ਜਿਹੜੇ ਹਨ ਨਾ, ਤੁਸੀਂ ਇਉਂ ਕਰੋ, ਉਹਨਾਂ 2-4 ਮਨੁੱਖਾਂ ਨੂੰ ਬੁਲਾ ਕਰਕੇ ਤੇ ਸਾਡੇ ਪਾਸ ਲੈ ਕਰ ਆਓ ਜੀ। ਮਿਲ ਮਾਨਵ ਪਹੁੰਚੇ ਸਮੁਦਾਏ। ਤੇ ਜਿਸ ਵਕਤ ਸੁਨੇਹਾ ਭੇਜਿਆ ਤੇ ਫਿਰ ਹੋਰ ਨਗਰ ਦੇ ਕੁਝ ਪਤਵੰਤੇ ਸੱਜਣ ਇਕੱਤਰ ਹੋ ਕਰਕੇ, ਨਾਲ ਨਗਰ ਦੇ ਮੁਖੀਏ ਜਿਹੜੇ ਸਨ, ਉਹ ਇਕੱਠੇ ਹੋ ਕਰ ਮਹਾਰਾਜ ਕੀ ਹਜ਼ੂਰੀ ਵਿੱਚ ਆਉਂਦੇ ਹਨ। ਉਠ ਮਾਤਾ ਕਰ ਵਹਿਰ ਸਿਧਾਰੀ। ਮਾਤਾ ਜੀ ਆਏ, ਉਹ ਸਾਰੇ ਦੇ ਸਾਰੇ ਪੰਚ ਸਰਪੰਚ ਆਦਿਕ ਮਨੁੱਖ ਇਕੱਤਰ ਹੋ ਕਰਕੇ ਆਏ ਹਨ। ਤੇ ਉਸ ਤੋਂ ਅੱਗੇ ਫਿਰ ਵਾਰਤਾਲਾਪ ਵਿਚਾਰ ਹੁੰਦੀ ਹੈ। ਅਵਨੀ ਤਹਾਂ ਸਮੀਪ ਨਿਹਾਰੀ। ਵਿਚਾਰ ਤੋਂ ਉਪਰੰਤ ਮਾਤਾ ਜੀ ਆਪ ਖੜੇ ਹੋਏ, ਧੰਨ ਮਾਤਾ ਗੁਜਰ ਕੌਰ ਜੀ, ਜਿਹੜੇ ਕਿ ਆਪ ਵੀ ਬਹੁਤ ਬਖਸ਼ਿਸ਼ ਦੇ ਮਾਲਕ ਨੇ। ਮਾਤਾ ਜੀਆਂ ਨੇ ਖੜੇ ਹੋ ਕਰਕੇ ਜਿਸ ਸਥਾਨ ਤੇ ਆਪ ਵਸਦੇ ਸਨ, ਉਦੋਂ ਥੋੜੀ ਕੁ ਦੂਰੀ ਤੇ ਇੱਕ ਧਰਤੀ ਦੇ ਉੱਪਰ ਦ੍ਰਿਸ਼ਟੀ ਪਾ ਕਰਕੇ, ਆਪਣੀ ਮੁਬਾਰਕ ਨਿਗਾਹ ਪਾ ਕਰਕੇ, ਨੇਤਰ ਟਿਕਾ ਕਰਕੇ ਵੇਖਿਆ। ਭਾਈ ਸਾਹਿਬ ਜੀ ਨੇ ਬਚਨ ਲਿਖੇ ਨੇ, ਅਵਨੀ ਤਹਾਂ ਸਮੀਪ ਨਿਹਾਰੀ। ਜਿਸ ਸਥਾਨ ਤੇ ਬੈਠੇ ਸਨ ਨਾ ਗੁਰਦੇਵ ਤੇ ਮਾਤਾ ਜੀ, ਉਹਦੇ ਤੋਂ ਥੋੜੀ ਦੂਰੀ ਤੇ ਇੱਕ ਥਾਂ, ਜਿਹੜੇ ਕਿ ਮਾਤਾ ਜੀ ਬੜਾ ਟਿਕ ਕਰਕੇ ਆਪਣੀ ਦ੍ਰਿਸ਼ਟੀ ਪਾ ਕਰਕੇ ਵੇਖਦੇ ਹਨ। ਕਰ ਕੀ ਸਾਰਤ ਕਰਤ ਬਤਾਈ। ਫਿਰ ਆਪਣੇ ਹੱਥ ਨਾਲ ਮਾਤਾ ਜੀ ਹੋਰਾਂ ਨੇ ਉਸ ਪਾਸੇ ਵੱਲ ਨੂੰ ਇਸ਼ਾਰਾ ਕੀਤਾ ਹੈ। ਸਾਰਤ ਇਸ਼ਾਰਾ ਕਰਨਾ, ਮਾਤਾ ਜੀ ਨੇ ਪਹਿਲਾਂ ਉਸ ਧਰਤੀ ਵੱਲ ਨਿਗਾਹ ਭਰ ਕੇ ਵੇਖਿਆ, ਫਿਰ ਉਸ ਪਾਸੇ ਵੱਲ ਨੂੰ ਹੱਥ ਨਾਲ ਇਸ਼ਾਰਾ ਕਰਕੇ ਇਉਂ ਕਹਿ ਰਹੇ ਹਨ, ਨਿਕਸੈ ਜਲ ਮੀਠੋ ਇਸ ਥਾਈ। ਮਾਤਾ ਜੀ ਕਹਿਣ ਲੱਗੇ, ਭਾਈ ਇਸ ਸਥਾਨ ਤੋਂ ਆਪ ਸਾਰੇ ਖੁਦਾਈ ਕਰੋ, ਇੱਥੇ ਖੂਹ ਲਾ ਦਿਓ। ਖੂਹ ਲਾਓਗੇ, ਇਸ ਧਰਤੀ ਤੇ ਥੱਲੇ ਜਿਹੜਾ ਜਲ ਹੈ, ਇੱਥੇ ਜਿਹੜਾ ਪਾਣੀ ਨਿਕਲੇਗਾ ਉਹ ਅਤਿਅੰਤ ਮਿੱਠਾ ਹੋਵੇਗਾ ਜੀ। ਕਰ ਉਪਾਇ ਕੋ ਲਿਓ ਨਿਕਾਸੀ। ਹੁਣ ਮਹਾਰਾਜ ਨੇ ਨਗਰ ਦੇ ਮੁਖੀਏ ਤੇ ਮਾਤਾ ਜੀਆਂ ਨੇ ਮਿਲ ਕੇ ਨਗਰ ਦੇ ਮੁਖੀਆਂ ਨੂੰ ਕਹਿ ਦਿੱਤਾ ਹੈ ਕਿ ਹੁਣ ਉਪਾਅ ਤੁਸੀਂ ਕਰ ਲਵੋ, ਅਸੀਂ ਦੱਸ ਦਿੱਤਾ ਪਾਣੀ ਇੱਥੇ ਮਿੱਠਾ ਹੈ। ਮਾਤਾ ਜੀਓ ਕੇ ਪਾਸ ਬੜੀ ਬਖਸ਼ਿਸ਼ ਹੈ, ਕਿਉਂਕਿ ਜਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਤਪ ਹੈ, ਉਨੀ ਹੀ ਨਾਲ ਸੇਵਾ ਘਾਲਣਾ ਤਪ ਮਾਤਾ ਜੀ ਕੀ ਵੀ ਹੈ। ਪਟਨਾ ਸਾਹਿਬ ਦੀ ਧਰਤੀ ਤੇ ਵੀ ਪਿੱਛੇ ਇੱਕ ਸਾਖੀ ਆਪ ਸੰਗਤ ਨੇ ਸਰਵਣ ਕੀਤੀ ਸੀ, ਜ਼ਿਕਰ ਆਇਆ ਸੀ। ਜਿਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਗ੍ਰਹਿ ਵਿਖੇ ਲੱਗੇ ਖੂਹ ਤੋਂ ਇਸਤਰੀਆਂ ਪਾਣੀ ਭਰਨ ਆਉਂਦੀਆਂ ਸੀ ਤੇ ਮਹਾਰਾਜ ਗੁਲੇਲੇ ਮਾਰ ਕੇ ਘੜੇ ਤੋੜ ਦਿੰਦੇ ਸਨ। ਮਹਾਰਾਜ ਨੇ ਤੀਰ ਚਲਾਏ, ਗਾਗਰਾਂ ਵਿੰਨ ਦਿੱਤੀਆਂ ਤੇ ਮਾਤਾ ਜੀਆਂ ਨੇ ਤੰਗ ਹੋ ਕਰਕੇ ਕਹਿ ਦਿੱਤਾ ਸੀ ਵੀ ਖੂਹ ਦਾ ਪਾਣੀ ਖਾਰਾ ਹੋ ਜਾਏ। ਖੂਹ ਹੀ ਖਾਰਾ ਹੋ ਗਿਆ। ਮਾਤਾ ਜੀਓ ਕੇ ਬਚਨਾਂ ਵਿੱਚ ਬਖਸ਼ਿਸ਼ ਹੈ। ਇੱਥੇ ਵੀ ਜਿਹੜੇ ਪੰਜ ਸਰਪੰਚ ਇਕੱਤਰ ਹੋ ਕਰਕੇ ਆਏ, ਮਾਤਾ ਜੀ ਕਹਿਣ ਲੱਗੇ ਕਿ ਵੇਖੋ 10 ਅਸੀਂ ਦਿੰਨੇ ਆ, ਉਦਮ ਤੁਸੀਂ ਕਰ ਲੈਣਾ ਭਾਈ। ਕਿਉਂਕਿ ਉਦਮ ਵੀ ਵੈਸੇ ਮਹਾਰਾਜ ਕਰਵਾ ਸਕਦੇ ਨੇ, ਕਿਉਂਕਿ ਗੁਰੂ ਘਰ ਦੇ ਵਿੱਚ ਤੇ ਸੇਵਾ ਮੁੱਢ ਤੋਂ ਚੱਲਦੀ ਆਉਂਦੀ ਹੈ। ਗੁਰੂ ਅਮਰਦਾਸ ਜੀਆਂ ਦੇ ਵੇਲੇ ਖੂਹ ਲੱਗੇ, ਗੁਰੂ ਹਰਗੋਬਿੰਦ ਸਾਹਿਬ ਜੀ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਛੇਹਰਟਾ ਸਾਹਿਬ। ਸੋ ਇਦਾਂ ਇਹ ਸੇਵਾ ਤੇ ਚੱਲਦੀ ਆਉਂਦੀ ਸੀ, ਪਰੰਤੂ ਇੱਥੇ ਅਜੇ ਕੁਝ ਸਮੇਂ ਦੀ ਮਜਬੂਰੀ ਐਸੀ ਹੈ ਵੀ ਨਗਰ ਦੀ ਮੁਖੀਏ ਸਰਪੰਚ ਪੰਚਾਦਿਕ ਨੂੰ ਕਹਿਣਾ ਪਿਆ ਵੀ ਤੁਸੀਂ ਲਵਾ ਲਓ, ਕਿਉਂਕਿ ਜਿਹੜੇ ਗੁਰੂ ਕੇ ਸਿੱਖ ਹਨ ਉਹ ਤੇ ਸਭ ਆਨੰਦਪੁਰ ਸਾਹਿਬ ਟਿਕੇ ਹਨ। ਮਹਾਰਾਜ ਕੇਵਲ ਮਾਤਾ ਜੀ ਕੇ ਸੰਗ ਇਸ ਸਥਾਨ ਤੇ ਰੁਕੇ ਹੋਏ ਹਨ ਤੇ ਬਹੁਤਾ ਕੋਈ ਇਕੱਠ ਨਹੀਂ ਹੈ। ਸੇਵਾ ਕਾਰਜ ਮਹਾਰਾਜ ਇਸ ਸਥਾਨ ਤੇ ਅਜੇ ਕੋਈ ਆਪਣੇ ਵੱਲੋਂ ਪ੍ਰਾਰੰਭਣਾ ਨਹੀਂ ਚਾਹੁੰਦੇ, ਕਿਉਂਕਿ ਸਮੇਂ ਦੀ ਹਕੂਮਤਾਂ ਨਾਲ ਉਧਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੀ ਵੀ ਜੰਗ ਚੱਲ ਰਹੀ ਹੈ। ਸੋ ਇਸ ਵਿਧ ਮਹਾਰਾਜ ਜੀਆਂ ਨੇ ਵਿਚਾਰ ਕਰਦਿਆਂ, ਮਾਤਾ ਜੀਆਂ ਨੇ ਸਭ ਕੁਝ ਸੰਕੋਚਦਿਆਂ ਹੋਇਆਂ ਨਗਰ ਦੇ ਮਨੁੱਖਾਂ ਨੂੰ ਕਹਿ ਦਿੱਤਾ, ਭਾਈ ਉਦਮ ਤੁਸੀਂ ਕਰ ਲਓ, ਅਸਥਾਨ ਤੁਹਾਨੂੰ ਅਸੀਂ ਦੇ ਦਿੰਨੇ ਆ, ਇਸ ਸਥਾਨ ਤੇ ਖੁਦਾਈ ਕਰੋ, ਆਪ ਆਪਣੇ ਉਦਮ ਸਰ ਕਰ ਉਪਾਏ ਕੋ ਲਿਓ ਨਿਕਾਸੀ। ਕੋਈ ਨਾ ਕੋਈ ਉਪਾਅ ਕਰੋ ਤੇ ਇਸ ਸਥਾਨ ਤੋਂ ਜਿਹੜਾ ਜਲ ਹੈ ਉਹ ਤੁਹਾਨੂੰ ਮਿੱਠਾ ਮਧੁਰ ਸ਼ੀਤਲ ਜਲ ਪ੍ਰਾਪਤ ਹੋਵੇਗਾ। ਨਰ ਨਾਰਨ ਪੀਵੈ ਸੁਖ ਰਾਸੀ। ਫਿਰ ਜਿਹੜੇ ਵੀ ਇਸ ਸਥਾਨ ਤੇ ਲੱਗੇ ਹੋਏ ਖੂਹ ਦਾ ਜਲ ਛਕਣਗੇ, ਬਹੁਤ ਸੁਖ ਆਨੰਦ ਮਾਣਨਗੇ ਜੀ। ਸੁਨਤ ਪੰਚ ਕਰ ਜੋਰ ਬਖਾਨੀ। ਜਿਸ ਵਕਤ ਮਾਤਾ ਜੀਆਂ ਨੇ ਬਚਨ ਕਹੇ, ਮਹਾਰਾਜ ਵੀ ਸਾਥ ਨੇ, ਮਾਤਾ ਨਾਨਕੀ ਜੀ ਵੀ ਸਾਥ ਨੇ। ਉਸੇ ਵਕਤ ਫਿਰ ਨਗਰ ਦੇ ਮੁਖੀ ਜਿਹੜੇ ਪੰਚ ਆਏ ਸਨ, ਉਹਨਾਂ ਨੇ ਹੱਥ ਜੋੜ ਕੇ ਇੱਕ ਬੇਨਤੀ ਮਾਤਾ ਜੀਆਂ ਨੂੰ ਇਉਂ ਕੀਤੀ ਹੈ, ਨਿਸਚੇ ਇਹਾਂ ਮਧੁਰ ਹੋਏ ਪਾਨੀ। ਕਹਿਣ ਲੱਗੇ ਨਿਸ਼ਚੇ ਹੀ, ਸਤ ਬਚਨ ਜਿਵੇਂ ਆਪ ਬਖਸ਼ਿਸ਼ ਕਰ ਰਹੇ ਹੋ ਨਾ, ਜਿਵੇਂ ਮਹਾਰਾਜ ਕੀ ਬਖਸ਼ਿਸ਼ ਹੈ, ਕਿਉਂਕਿ ਇੱਥੇ ਤੇ ਮਹਾਰਾਜ ਕੇ ਮੁਬਾਰਕ ਚਰਨ ਵੀ ਪੈ ਗਏ ਨੇ।
ਸੋ ਨਿਸ਼ਚੈ ਹੀ ਇਸ ਥਾਂ ਤੇ ਜਿਹੜਾ ਜਲ ਸਾਨੂੰ ਮਿੱਠਾ ਪ੍ਰਾਪਤ ਹੋਵੇਗਾ। ਬਾਕ ਆਪਕੇ ਨਿਸਫਲ ਨਾਹੀ। ਸਾਨੂੰ ਪੂਰਨ ਭਰੋਸਾ ਹੈ ਕਿ ਆਪ ਜੀਓ ਕੇ ਮੁਖ ਤੋਂ ਹੋਏ ਵਚਨ ਕਦੇ ਵੀ ਖਾਲੀ ਨਹੀਂ ਜਾਂਦੇ, ਨਿਸ਼ਫਲ ਨਹੀਂ ਹੁੰਦੇ। ਭਾਵ ਸਦੀਵ ਕਾਲ ਦੇ ਲਈ ਉਹ ਵਚਨ ਸਤ ਹੁੰਦੇ ਹਨ। ਸਗਰੋ ਗ੍ਰਾਮ ਪਾਨ ਸੁਖ ਪਾਹੀ। ਤੇ ਜਿਵੇਂ ਆਪ ਜੀਆਂ ਨੇ ਤਰਸ ਕਰਕੇ ਇਹ ਅਸਥਾਨ ਨਿਰਧਾਰਿਤ ਕਰਕੇ ਸਾਨੂੰ ਖੂਹ ਲਾਉਣ ਦੀ ਹਿਦਾਇਤ ਕੀਤੀ ਹੈ, ਆਪ ਜੀਓ ਕਿ ਇਸ ਪਰਉਪਕਾਰ ਦੇ ਨਾਲ ਸਾਰਾ ਸਾਡਾ ਨਗਰ ਸੁਖੀ ਹੋ ਸਕਦਾ, ਕਿਉਂਕਿ ਮਿੱਠਾ ਵਰਤਣ ਵਾਲਾ ਜਲ ਪ੍ਰਾਪਤ ਹੋ ਜਾਵੇਗਾ। ਤਉ ਲਗਾਵਨ ਕੀ ਸਮਰਥ। ਲੇਕਿਨ ਇਹ ਜਿਹੜਾ ਖੂਹ ਅਸੀਂ ਲਾਉਣਾ ਹੈ ਇਸ ਸਥਾਨ ਤੇ, ਇਹਨੂੰ ਲਾਉਣ ਦੇ ਲਈ ਵੀ ਇੱਕ ਸਮਰੱਥਾ ਚਾਹੀਦੀ ਹੈ, ਕਿਉਂਕਿ ਇਹ ਕੋਈ ਆਮ ਗੱਲ ਨਹੀਂ ਸੀ ਗੁਰਮੁਖੋ। ਜੇ ਆਪ ਪੁਰਾਣੇ ਸਮੇਂ ਵਿੱਚ ਝਾਤ ਮਾਰੋਗੇ ਨਾ, ਤੇ ਪੁਰਾਣੇ ਸਮੇਂ ਦੇ ਵਿੱਚ ਧਰਤੀ 'ਚੋਂ ਖੂਹ ਲਾਉਣ ਦੇ ਲਈ ਵੀ ਕਈ ਵਾਰ ਬਹੁਤ ਸਾਰੇ ਇੰਤਜ਼ਾਮ ਕਰਨੇ ਪੈਂਦੇ ਸਨ, ਬੜਾ ਖਰਚਾ ਹੁੰਦਾ ਸੀ। ਬੜੇ ਮਜ਼ਦੂਰ, ਰਾਜ ਮਿਸਤਰੀ ਆਦਿਕ ਲੱਗ ਕੇ ਖੁਦਾਈ ਕਰਕੇ ਉਹਨੂੰ ਪੱਕਾ ਕਰਨਾ, ਉਹਦੇ ਤੇ ਸਾਰੇ ਇੰਤਜ਼ਾਮ ਕਰਨੇ, ਇਹਦੇ ਲਈ ਬੜੇ ਧਨ ਦੀ ਲੋੜ ਪੈਂਦੀ ਸੀ। ਸੋ ਇਸ ਕਰਕੇ ਕਹਿਣ ਲੱਗੇ ਕਿ ਜੋ ਅਸਥਾਨ ਮਾਤਾ ਜੀ ਆਪ ਜੀ ਉਹਨੇ ਤਰਸ ਕਰਕੇ ਸਾਨੂੰ ਦੱਸਿਆ, ਅਜੇ ਸਾਡੇ ਨਗਰ ਵਿੱਚ ਤੇ ਸਾਨੂੰ ਲੱਗਦਾ ਨਹੀਂ ਵੀ ਸਾਡੇ ਕੋਲ ਐਡੀ ਸਮਰੱਥਾ ਹੋਏਗੀ ਕਿ ਇੰਨਾ ਵੱਡਾ ਕਾਰਜ ਅਸੀਂ ਸਾਰੇ ਮਿਲ ਕੇ ਕਰ ਸਕੀਏ ਜੀ। ਤਬੈ ਬਨੈ ਜਬ ਧਨ ਹੋਏ ਹੱਥ। ਕਿਉਂਕਿ ਇਹ ਕਾਰਜ ਵੀ ਉਦੋਂ ਹੀ ਸਫਲ ਹੋ ਸਕਦਾ ਜੇ ਕਿਤੇ ਹੱਥ ਵਿੱਚ ਕੋਈ ਪੂੰਜੀ ਹੋਵੇ, ਧਨ ਹੋਵੇ। ਜੇ ਅਜੇ ਸਾਡੇ ਪਾਸ ਇਤਨਾ ਧਨ ਹੀ ਨਹੀਂ ਹੈ ਤੇ ਫਿਰ ਅਸੀਂ ਇੰਨਾ ਵੱਡਾ ਕਾਰਜ ਕਿੱਦਾਂ ਕਰਾਂਗੇ। ਤੇ ਇੱਥੋਂ ਇਹ ਵੀ ਸਿੱਧ ਹੁੰਦਾ ਹੈ ਵੀ ਇਹ ਜਿਹੜਾ ਇਲਾਕਾ ਉਸ ਵਕਤ ਕੈਸਾ ਹੋਵੇਗਾ। ਜਿਸ ਵਕਤ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ, ਲੇਕਿਨ ਪੰਚ ਕਹਿ ਰਹੇ ਨੇ ਵੀ ਸਾਡੇ ਕੋਲ ਤਾਂ ਇੰਨਾ ਧਨ ਨਹੀਂ ਵੀ ਅਸੀਂ ਇੰਨਾ ਵੱਡਾ ਖਰਚਾ ਕਰਕੇ ਤੇ ਇੱਥੇ ਖੂਹ ਸ਼ੁਰੂ ਕਰ ਸਕੀਏ। ਸਾਡੇ ਪਾਸ ਤੇ ਪਹਿਲਾਂ ਹੀ ਗੁਜ਼ਾਰੇ ਬੜੇ ਸੀਮਤ ਹਨ, ਤੇ ਖਾਸ ਕਰਕੇ ਗੱਲ ਸੰਭਵ ਵੀ ਹੋ ਸਕਦੀ ਹੈ ਜਿਨ੍ਹਾਂ ਇਲਾਕਿਆਂ ਦੇ ਵਿੱਚ ਪਾਣੀ ਖਾਰੇ ਨੇ, ਨਾ ਉੱਥੇ ਕੋਈ ਫਸਲ, ਨਾ ਕੋਈ ਰਹਿਣ ਦੇ ਇੰਤਜ਼ਾਮ, ਨਾ ਕੋਈ ਉੱਥੇ ਵੱਡਾ ਵਸੇਬਾ ਵਸੋਂ ਬਣਦੀ ਸੀ। ਸੋ ਇਹ ਤੇ ਮਹਾਰਾਜ ਕੀ ਕਿਰਪਾ ਹੋਵੇ, ਜਲ ਮਿੱਠਾ ਹੋਵੇ, ਉੱਥੇ ਚੰਗੀ ਫਸਲ ਹੋਵੇ, ਚੰਗੇ ਰਹਿਣ ਵਾਲੇ ਮਨੁੱਖ, ਕਾਰੋਬਾਰ ਚੱਲੇ, ਫਿਰ ਤੇ ਅਸੀਂ ਮੰਨ ਸਕਦੇ ਹਾਂ ਵੀ ਇਲਾਕਾ ਧਨਾੜ ਹੈ। ਸੋ ਇਸ ਵਿਧ ਕਹਿਣ ਲੱਗੇ ਪੰਚ ਮਾਤਾ ਜੀ, ਬਾਤ ਇਉਂ ਹੈ ਵੀ ਸਾਡੇ ਪਾਸ ਅਜੇ ਇੰਨਾ ਧਨ ਵੀ ਨਹੀਂ ਹੈ ਵੀ ਜਿਹੜਾ ਅਸੀਂ ਆਪਣੇ ਆਪ ਉਦਮ ਕਰਕੇ ਸਭ ਕੁਝ ਕਰਵਾ ਸਕੀਏ ਜੀ। ਕਰੈ ਬਟੋਰਨ ਸਭ ਤੇ ਜਬੈ। ਹਾਂ, ਜੇਕਰ ਅਸੀਂ ਥੋੜਾ ਥੋੜਾ ਸਾਰਿਆਂ ਦੇ ਪਾਸ ਤੋਂ ਇਕੱਠਾ ਕਰੀਏ, ਜਿਤਨਾ ਵੀ ਕੋਈ ਜਥਾ ਸ਼ਕਤ ਦੇ ਸਕਦਾ ਹੈ, ਥੋੜਾ ਥੋੜਾ ਹਿੱਸਾ ਸਾਰਿਆਂ ਪਾਸੋਂ ਲਿਆ ਜਾਵੇ। ਸਨੈ ਸਨੈ ਹੋਏ ਸਕ ਹੈ ਤਬੈ। ਸਨੈ ਸਨੈ ਫਿਰ ਹੌਲੀ ਹੌਲੀ ਇਕੱਠਾ ਕਰਦਿਆਂ ਜਦੋਂ ਕਿਤੇ ਇੰਨੀ ਕੁ ਰਕਮ ਸਾਡੇ ਪਾਸ ਹੋ ਗਈ ਵੀ ਅਸੀਂ ਫਿਰ ਇਹ ਜਿਹੜਾ ਕਾਰਜ ਹੈ ਇਹ ਕਰ ਸਕਦੇ ਹਾਂ। ਥੋਰੇ ਸਦਨ ਸੋ ਤਨ ਤੇ ਹੀਨ। ਕਿਉਂਕਿ ਮਾਤਾ ਜੀ ਇਹ ਬਾਤ ਇਹ ਹੈ ਕਿ ਸਾਡੇ ਨਗਰ ਵਿੱਚ ਪਹਿਲੇ ਹੀ ਘਰ ਬਹੁਤ ਥੋੜੇ ਨੇ, ਤੇ ਜਿੰਨੇ ਕੋ ਇੱਥੇ ਵਸਦੇ ਨੇ ਉਹ ਸਾਰੇ ਦੇ ਸਾਰੇ ਇਉਂ ਕਹਿ ਲਈਏ ਵੀ ਉਹਨਾਂ ਪਾਸ ਕੋਈ ਵੱਡੀ ਗਿਣਤੀ ਵਿੱਚ ਧਨ ਨਹੀਂ ਹੈ, ਕੋਈ ਧਨਾੜ ਨਹੀਂ ਨੇ। ਜਿਵੇਂ ਆਪਾਂ ਕਈ ਵਾਰ ਵੇਖਦੇ ਆ ਨਾ, ਕਈ ਨਗਰ ਐਸੇ ਸਨ ਪੁਰਾਣੇ ਸਮੇਂ 'ਚ ਖਾਸ ਕਰਕੇ ਕਿ ਜਿਨ੍ਹਾਂ ਦੇ ਵਿੱਚ ਕੇਵਲ ਗੁਜ਼ਾਰੇ ਮਾਤਰ ਹੀ ਮਨੁੱਖ ਦੀ ਕਾਰੋਬਾਰ ਕਿਰਤ ਆਦਿਕ ਚੱਲਦੀ ਹੈ, ਬਹੁਤਾ ਨਹੀਂ ਹੈ। ਸੋ ਇਸ ਵਿਧ ਇੱਕ ਤੇ ਸਾਡੇ ਨਗਰ ਵਿੱਚ ਘਰ ਥੋੜੇ ਨੇ, ਤੇ ਦੂਜਾ ਐਡਾ ਕੋਈ ਧਨਾੜ ਵੀ ਨਹੀਂ ਹੈ ਵੀ ਜਿਹੜਾ ਆਪਣਾ ਸਾਰਾ ਕੁਝ ਪੂਰਾ ਕਰਨ ਤੋਂ ਉਪਰੰਤ ਇੱਧਰ ਸਾਡੇ ਪਾਸ ਵੱਡੀ ਗਿਣਤੀ ਵਿੱਚ ਧਨ ਦੇ ਕਰਕੇ ਤੇ ਕਾਰਜ ਕਰਵਾ ਦੇਵੇ। ਅਬੈ ਕਹਾਂ ਕਰ ਸਕੈ ਜੇ ਦੀਨ। ਕਿਉਂਕਿ ਹੁਣ ਜਿਵੇਂ ਆਪ ਬਖਸ਼ਿਸ਼ ਕਰ ਰਹੇ ਹੋ, ਸਾਡੇ ਪਾਸ ਇਤਨਾ ਧਨ ਨਹੀਂ ਹੈ ਤੇ ਅਸੀਂ ਇਤਨੀ ਜਲਦੀ ਇਹ ਜਿਹੜਾ ਕਾਰਜ ਹੈ ਇਹ ਸੰਪੂਰਨ ਨਹੀਂ ਕਰ ਸਕਾਂਗੇ। ਸ੍ਰੀ ਗੁਜਰੀ ਸੁਨ ਕਰਨਾ ਛਾਈ। ਉਸ ਵਕਤ ਫਿਰ ਮਾਤਾ ਗੁਜਰੀ ਜੀ ਹੋਰਾਂ ਨੇ ਜਿਸ ਵਕਤ ਪੰਜ ਜਨਾਂ ਦੀ ਬਾਤ ਸੁਣੀ, ਮਾਤਾ ਜੀਆਂ ਨੂੰ ਤਰਸ ਆਇਆ, ਹਿਰਦਾ ਕਿਰਪਾ ਦੇ ਘਰ ਵਿੱਚ ਗਿਆ। ਫਿਰ ਉਹਨਾਂ ਨੇ ਆਪਣੇ ਮੁਖ ਤੋਂ ਕੁਝ ਹੋਰ ਬਚਨ ਕਹੇ ਹਨ। ਸਭਨ ਸਾਥ ਇਮ ਕਯੋ 부ਜਾਈ। ਫਿਰ ਸਾਰੇ ਜਿਤਨੇ ਵੀ ਬੈਠੇ ਸਨ ਮਹਾਰਾਜ ਜੀ ਕੇ ਗ੍ਰਹਿ ਵਿਖੇ ਉਸ ਵਕਤ ਨਗਰ ਦੇ ਮਨੁੱਖ ਆ ਕਰਕੇ ਸਭ ਦੇ ਸਾਥ ਮਾਤਾ ਜੀਆਂ ਨੇ ਇਉਂ ਬਾਤ ਕੀਤੀ ਹੈ। ਲਗਿਓ ਕੂਪ ਆਗੇ ਕੋ ਇਹਾਂ। ਮਾਤਾ ਜੀ ਕਹਿਣ ਲੱਗੇ, ਭਾਈ ਇਸ ਗੱਲ ਦੀ ਵੀ ਤੁਸੀਂ ਚਿੰਤਾ ਨਾ ਕਰੋ, ਕਿਉਂਕਿ ਜੋ ਥਾਂ ਅਸੀਂ ਆਪ ਜੀਆਂ ਨੂੰ ਦੱਸ ਰਹੇ ਹਾਂ ਨਾ, ਇਹ ਕੋਈ ਆਮ ਥਾਂ ਨਹੀਂ ਹੈ। ਇਹ ਉਹ ਥਾਂ ਹੈ ਜਿਸ ਥਾਂ ਤੇ ਪਹਿਲਾਂ ਤੋਂ ਹੀ ਕੋਈ ਖੂਹ ਲੱਗਿਆ ਹੋਇਆ ਸੀ। ਪੁਰਾਣੇ ਸਮਿਆਂ ਤੋਂ
ਇਸ ਇਲਾਕੇ ਦੇ ਵਿੱਚ ਕੋਈ ਖੂਹ ਜਿਹੜਾ ਇੱਥੇ ਪਹਿਲਾਂ ਹੀ ਲੱਗਿਆ ਹੋਇਆ ਹੈ। ਬੀਤਿਓ ਸਮਾਂ ਪਿਛਾਰੀ ਮਹਾ, ਭਾਵ ਇਸ ਥਾਂ ਤੇ ਤੁਹਾਡੇ ਵਸਣ ਤੋਂ ਪਹਿਲਾਂ ਜਾਂ ਬਜ਼ੁਰਗਾਂ ਦੇ ਆਉਣ ਤੋਂ ਪਹਿਲਾਂ ਜਿਹੜਾ ਸਮਾਂ ਇੱਥੇ ਬੀਤ ਚੁੱਕਾ ਹੈ ਜੀ। ਪੂਰਿਓ ਗਇਓ ਮਿਰਤ ਕਾ ਸਾਥ, ਕੁਝ ਕਾਰਨਾਂ ਕਰਕੇ ਉਹ ਜਿਹੜਾ ਪੁਰਾਣਾ ਖੂਹ ਹੈ ਉਹ ਪੂਰਿਆ ਜਾ ਗਿਆ ਹੈ। ਪੂਰਿਆ ਤੋਂ ਭਾਵ ਹੈ ਵੀ ਉਹਦੇ ਵਿੱਚ ਮਿੱਟੀ ਪਾ ਕਰਕੇ ਤੁਹਾਨੂੰ ਉਸੇ ਤਰ੍ਹਾਂ ਹੀ ਬੰਦ ਕਰ ਦਿੱਤਾ ਗਿਆ ਹੈ, ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਖੂਹ ਤੇ ਬਹੁਤ ਲੱਗੇ ਹੋਏ ਸੀ ਪਾਣੀ ਦੇ ਲਈ, ਲੇਕਿਨ ਜਿਹੜਾ ਖੂਹ ਬੰਦ ਹੁੰਦਾ ਸੀ ਉਹਦੇ ਅੰਦਰ ਮਿੱਟੀ ਪਾ ਕੇ ਤੁਹਾਨੂੰ ਉਸੇ ਤਰ੍ਹਾਂ ਹੀ ਜਿਵੇਂ ਲੱਗਾ ਉਹਨੂੰ ਬੰਦ ਕਰ ਦੇਣਾ। ਮਾਤਾ ਜੀ ਕਹਿਣ ਲੱਗੇ ਕਿ ਤੁਹਾਨੂੰ ਇਹ ਵੀ ਚਿੰਤਾ ਕਰਨ ਦੀ ਲੋੜ ਨਹੀਂ ਹੈ, ਜੋ ਸਥਾਨ ਦਾ ਇਸ਼ਾਰਾ ਅਸੀਂ ਤੁਹਾਨੂੰ ਕਰ ਰਹੇ ਹਾਂ ਉੱਥੇ ਖੂਹ ਤੇ ਕੁਝ ਨੀਵਾਂ ਕਰਕੇ ਉਹ ਕਹਿ ਲਈਏ ਪਹਿਲੇ ਹੀ ਲੱਗਾ ਹੋਇਆ, ਉੱਪਰ ਮਿੱਟੀ ਦਾ ਢੇਰ ਬਣਿਆ ਪਿਆ, ਸੋ ਉਹ ਮ੍ਰਿਤਕਾ ਦੇ ਨਾਲ ਮਿੱਟੀ ਨਾਲ ਪੂਰਿਆ ਗਿਆ ਹੈ। ਇੱਕ ਮਿਹਨਤ ਕੀਜੈ ਨਿਜ ਹਾਥ, ਬਸ ਇੱਕ ਤੁਹਾਡੇ ਹੱਥਾਂ ਦੀ ਮਿਹਨਤ ਹੈ। ਸਾਰਾ ਨਗਰ ਮਿਲ ਕਰਕੇ ਹੱਥੀਂ ਮਿਹਨਤ ਕਰੋ, ਕਿਉਂਕਿ ਇਹ ਵੀ ਇੱਕ ਸੇਵਾ ਹੈ। ਜੇ ਕਿਤੇ ਹੱਥੀਂ ਮਿਹਨਤ ਕਰਦੇ ਹੋ ਤੇ ਉਹ ਖੂਹ ਦੁਬਾਰਾ ਤੋਂ ਮੁੜ ਤੋਂ ਸ਼ੁਰੂ ਹੋ ਜਾਂਦਾ ਹੈ ਤੇ ਫਿਰ ਸਾਰੇ ਨਗਰ ਨੂੰ ਮਧੁਰ ਮਿੱਠਾ ਜਲ ਪੀਣ ਨੂੰ ਮਿਲੇਗਾ, ਖੁਸ਼ਹਾਲੀ ਹੋ ਜਾਵੇਗੀ। ਉਸ ਖੂਹ ਦੇ ਪਾਣੀ ਨਾਲ ਆਪ ਕੋਈ ਖੇਤੀ ਵੀ ਕਰ ਸਕਦੇ ਹੋ, ਕਿਉਂਕਿ ਖੂਹਾਂ ਦੇ ਪਾਣੀ ਕਦੇ ਮੁੱਕਿਆ ਥੋੜਾ ਕਰਦੇ ਨੇ। ਸੋ ਇਸ ਵੇਲੇ ਇੱਕ ਹੱਥ ਦੀ ਮਿਹਨਤ ਹੈ ਭਾਈ। ਜੇ ਕਿਤੇ ਸਾਰੇ ਨਗਰ ਵਾਸੀ ਆਪ ਮਿਲ ਕਰਕੇ ਇੰਨੀ ਕੁ ਸੇਵਾ ਕਰ ਲਓ ਤੇ ਮਹਾਰਾਜ ਜੀ ਕੀ ਬਖਸ਼ਿਸ਼ ਵਰਤ ਜਾਏਗੀ, ਤੁਹਾਡੇ ਨਗਰ ਵਿੱਚ ਸੁਖ ਹੋ ਜਾਏਗਾ। ਰਾਹਕ ਬ੍ਰਿੰਦ ਆਜ ਲੱਗ ਜਾਇਆ, ਤੇ ਜਿਤਨੇ ਵੀ ਨਗਰ ਦੇ ਜ਼ਿਮੀਂਦਾਰ ਮਨੁੱਖ ਨੇ ਜਿਹੜੇ ਖੇਤੀ ਦੀ ਕਿਰਤ ਵਿਰਤ ਕਰਦੇ ਨੇ, ਜਿਨ੍ਹਾਂ ਕੋਲ ਸੰਦ ਆਦਿਕ ਹੈ ਨਹੀਂ, ਉਹ ਉਦਮ ਕਰੋ ਭਾਈ, ਅੱਜ ਹੀ ਇਸ ਸਥਾਨ ਨੂੰ ਖੋਦਣਾ ਸ਼ੁਰੂ ਕਰ ਦੇਵੋ। ਜਦੋਂ ਤੁਸੀਂ ਖੋਦੋਗੇ ਉੱਪਰੋਂ ਕੁਝ ਮਿੱਟੀ ਹਟਾਉਣ ਤੋਂ ਬਾਅਦ ਥੱਲੇ ਖੂਹ ਤੁਹਾਨੂੰ ਲੱਗਿਆ ਲਗਾਇਆ ਹੀ ਮਿਲ ਜਾਣਾ ਹੈ। ਬਹੁਤੀ ਮੁਸ਼ੱਕਤ ਰਾਜ ਮਿਸਤਰੀ ਜਾਂ ਧਨ ਦੀ ਲੋੜ ਨਹੀਂ ਪਵੇਗੀ। ਕਰ ਤੁਰੰਤਾ ਸਗਲ ਖਣਿਐ, ਤੁਰੰਤ ਭਾਵ ਸਾਰੇ ਮਿਲ ਕਰਕੇ ਨਾ ਨਗਰ ਵਿੱਚ ਜਿਤਨੇ ਵੀ ਜ਼ਿਮੀਂਦਾਰ ਮਨੁੱਖ ਹਨ ਸਾਰੇ ਮਿਲ ਕਰਕੇ ਉਦਮ ਕਰੋ, ਇਸ ਸਥਾਨ ਨੂੰ ਥੋੜਾ ਜਿਹਾ ਨੀਵਾਂ ਖੋਦਣਾ ਕਰੋ ਜੀ। ਮਦਰ ਨੀਰ ਕੋ ਸੁਖ ਸਭ ਪਾਓ, ਤੇ ਜਦੋਂ ਕਿਤੇ ਖੂਹ ਸ਼ੁਰੂ ਹੋ ਗਿਆ, ਭਾਵ ਖੂਹ ਦਾ ਜਿਹੜਾ ਸਥਾਨ ਹੈ ਉਸ ਨੂੰ ਖੋਦ ਲਿਆ ਤੇ ਥੱਲੋਂ ਪੱਕਾ ਖੂਹ ਮਿਲ ਗਿਆ, ਫਿਰ ਮਿੱਠਾ ਜਲ ਮਿਲੇਗਾ ਤੇ ਉਹ ਜਲ ਦਾ ਸੁੱਖ ਸਾਨੂੰ ਸਭ ਨੂੰ ਪ੍ਰਾਪਤ ਹੋਵੇਗਾ। ਮਮ ਨੰਦਨ ਕੋ ਪ੍ਰਥਮ ਪਿਆਓ, ਤੇ ਜਿਤਨਾ ਸਮਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਸ ਸਥਾਨ ਤੇ ਹਨ, ਮਮ ਨੰਦਰ ਸਾਡੇ ਸੁਪੁੱਤਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਿਤਨਾ ਸਮਾਂ ਇਸ ਨਗਰ ਵਿੱਚ ਅਜੇ ਹੋਰ ਠਹਿਰੇ ਹਨ, ਆਪ ਜਲਦੀ ਉਦਮ ਕਰੋ। ਉਸ ਖੂਹ ਦਾ ਪਾਣੀ ਕੱਢ ਕੇ ਤੇ ਪ੍ਰਥਮ ਮਹਾਰਾਜ ਕੀ ਹੀ ਰਸਨਾ ਲਾਇਕ ਕਰਵਾਓ। ਜੇ ਕਿਤੇ ਕੋਈ ਥੋੜ ਬਹੁਤ ਉਹਦੇ ਵਿੱਚ ਵੀ ਮਿਲਾਵਟ ਹੋਈ ਨਾ ਤੇ ਮਹਾਰਾਜ ਜੀ ਕੀ ਰਸਨਾ ਲੈਕ ਹੋਣ ਸਦਕਾ ਉਹ ਮਿੱਠਾ ਹੋ ਜਾਏਗਾ। ਐਸਾ ਬਹੁਤ ਹੈ ਸਾਡੇ ਇਤਿਹਾਸ ਵਿੱਚ, ਬੜੇ ਸਥਾਨ ਐਸੇ ਨੇ ਜਿੱਥੇ ਮਹਾਰਾਜੀਆਂ ਨੇ ਇਸ਼ਾਰਾ ਕਰਕੇ ਆਪਣੇ ਹੱਥ ਨਾਲ ਟੱਪਾ ਲਾ ਕਰਕੇ ਜਾਂ ਕੋਈ ਆਪਣੇ ਹੱਥ ਨਾਲ ਨੇਜਾ ਮਾਰ ਕਰਕੇ ਧਰਤੀ ਦੇ ਮਿੱਠੇ ਜਲ ਬਾਹਰ ਕੱਢੇ ਹੋਏ ਨੇ। ਸੋ ਭਾਈ ਇਹ ਜੁਗਤ ਹੈ, ਸਮਾਂ ਵੀ ਹੈ। ਮਹਾਰਾਜ ਅਜੇ ਕੁਝ ਦਿਨ ਇਸ ਸਥਾਨ ਤੇ ਠਹਿਰੇ ਨੇ। ਜਿਤਨੀ ਜਲਦੀ ਆਪ ਉਦਮ ਕਰੋਗੇ ਆਪਣੇ ਖੂਹ ਦਾ ਪਾਣੀ ਕੱਢ ਕੇ ਮਹਾਰਾਜ ਕੇ ਰਸਨਾ ਲਾਇਕ ਕਰਵਾ ਲਓ, ਉਹ ਬਹੁਤ ਮਧੁਰ ਮਿੱਠਾ ਜਲ ਪ੍ਰਾਪਤ ਹੋਵੇਗਾ। ਤਿਆਰ ਤਿਹਾਵਲ ਕਰ ਅਬ ਲਿਆਓ, ਬਹੁਤਾ ਸਮਾਂ ਨਾ ਲਾਓ, ਕਿਉਂਕਿ ਮਹਾਰਾਜ ਨੇ ਜਲਦੀ ਹੀ ਇਸ ਸਥਾਨ ਤੋਂ ਸ੍ਰੀ ਅਨੰਦਪੁਰ ਸਾਹਿਬ ਵਾਲੇ ਪਾਸੇ ਚਲੇ ਜਾਣਾ, ਇਸ ਲਈ ਅੱਜ ਹੀ ਉਦਮ ਕਰੋ। ਕੋਈ ਬਹੁਤੇ ਧਨ ਦੀ ਲੋੜ ਨਹੀਂ ਹੈ, ਕੇਵਲ ਸਰੀਰਕ ਮਜ਼ਦੂਰੀ ਹੈ ਜਿੰਨੀ ਤੁਸੀਂ ਕਰ ਸਕੋਗੇ, ਤੇ ਇਹਦੇ 'ਚ ਕਰਨ 'ਚ ਕੋਈ ਹਰਜ ਵੀ ਨਹੀਂ ਹੈ, ਕਿਉਂਕਿ ਜੇ ਇੰਨਾ ਵੱਡਾ ਸੁੱਖ ਮਿਲਦਾ ਹੈ ਤੇ ਕਿੰਨਾ ਕੁ ਹਰਜ ਹੈ ਜੇ ਮਨੁੱਖ ਮਿਲ ਕਰਕੇ ਆਪਣੇ ਨਗਰ ਦਾ ਕੋਈ ਕੰਮ ਸਵਾਰਨਾ ਚਾਹੇ। ਸੋ ਇਸ ਵੇਲੇ ਅੱਜ ਹੀ ਆਪ ਪ੍ਰਥਮ ਮਹਾਰਾਜ ਨੂੰ ਧਿਆਨ ਧਰ ਕੇ ਤਿਹਾਵਲ ਕੜਾਹ ਪ੍ਰਸ਼ਾਦ ਦੀ ਦੇਗ ਕਰਵਾਓ, ਗੁਰੂ ਨਾਨਕ ਸਾਹਿਬ ਜੀਆਂ ਨੂੰ ਯਾਦ ਕਰਕੇ ਅਰਦਾਸ ਕਰੋ, ਤੇ ਉਸ ਤੋਂ ਬਾਅਦ ਇਹ ਜਿਹੜਾ ਕਾਰਜ ਹੈ ਆਪ ਸਭ ਪੰਚ ਜਨ ਮਿਲ ਕਰਕੇ ਨਗਰ ਦੇ ਜ਼ਿਮੀਂਦਾਰ ਮਨੁੱਖ ਮਿਲ ਕਰਕੇ ਖੋਦਾਈ ਦਾ ਕਾਰਜ ਆਰੰਭ ਕਰ ਦੇਵੋ। ਕਰ ਅਰਦਾਸ ਬ੍ਰਿੰਦ ਵਰਤਾਓ, ਪ੍ਰਥਮ ਮਹਾਰਾਜ ਕੇ ਚਰਨਾਂ ਵਿੱਚ ਅਰਦਾਸ ਕਰੋ ਤੇ ਆਈ ਹੋਈ ਸਾਰੀ ਸੰਗਤ ਨੂੰ ਦੇਗ ਦੇ ਗੱਫੇ ਵਰਤਾਏ ਜਾਣਾ। ਸ੍ਰੀ ਨਾਨਕ ਜੀ ਹੋਏ ਸਹਾਏ, ਜਿਸ ਵਕਤ ਅਰਦਾਸ ਹੋ ਜਾਏਗੀ ਫਿਰ ਪ੍ਰਥਮ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਕਿਰਪਾ ਇਸ ਸੰਸਾਰ ਤੇ ਹਰ ਵਕਤ ਵਰਤ ਰਹੀ ਹੈ, ਜਿਹੜੇ ਬੜੇ ਪ੍ਰਸੰਨ ਸਨ ਸਾਡੇ ਤੇ, ਸੋ ਮਹਾਰਾਜ ਆਪ ਸਹਾਇਤਾ ਕਰਨਗੇ ਜੀ। ਸਿਮਰੋ ਨਾਮ ਬਿਗਨ ਗਨ ਜਾਏ, ਜਿਨ੍ਹਾਂ ਦੇ ਨਾਮ ਸਿਮਰਨ ਦੇ ਨਾਲ ਹੀ ਬਿਗਨ ਗਨ ਚਲੇ ਜਾਂਦੇ ਹਨ। ਮਹਾਰਾਜ ਕੇ ਤੇ ਨਾਮ ਵਿੱਚ ਹੀ ਗੁਰਮੁਖੋ ਬਹੁਤ ਬਰਕਤਾਂ ਨੇ। ਇੱਥੇ ਤੇ ਕੇਵਲ ਜਲ ਦੀ ਗੱਲ ਹੈ ਨਾ,
ਜੇ ਕਿਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕੇ ਜੀਵਨ ਵਿੱਚ ਝਾਤ ਮਾਰੋਗੇ, ਮਹਾਰਾਜ ਕੀ ਦ੍ਰਿਸ਼ਟੀ ਦੇ ਨਾਲ ਤਾਂ ਕੌੜੇ ਰੀਠੇ ਵੀ ਮਿੱਠੇ ਹੁੰਦੇ ਵੇਖੇ ਨੇ ਸੰਸਾਰ ਨੇ। ਜਲ ਤੇ ਬਹੁਤ ਦੂਰ ਦੀ ਗੱਲ ਹੈ, ਕਿਉਂਕਿ ਜਲ ਮਿੱਠਾ ਕਰਨਾ ਤੇ ਮਹਾਰਾਜ ਜੀ ਦੇ ਲਈ ਕੋਈ ਔਖਾ ਹੀ ਨਹੀਂ ਹੈ। ਉਹ ਰੀਠਾ ਜਿਹਦਾ ਸੁਣੀਦਾ ਹੈ ਵੀ ਜ਼ਹਿਰ ਵਰਗਾ ਕੌੜਾ ਹੁੰਦਾ, ਮਹਾਰਾਜ ਕੀ ਦ੍ਰਿਸ਼ਟੀ ਨਾਲ ਅੱਜ ਵੀ ਮਿੱਠਾ ਹੈ। ਅੱਜ ਵੀ ਕੋਈ ਉਹਨੂੰ ਛਕਦਾ ਤੇ ਕਹਿੰਦਾ ਮਿੱਠਾ। ਸੋ ਗੁਰੂ ਨਾਨਕ ਸਾਹਿਬ ਜੀ ਸਹਾਇਤਾ ਕਰਨਗੇ। ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਸਦਕਾ ਇੱਥੋਂ ਦਾ ਸਾਰਾ ਪਾਣੀ ਜਿਹੜਾ ਹੈ ਮਿੱਠਾ ਹੋ ਜਾਏਗਾ। ਸੁਨ ਸਭ ਕੇ ਚਿਤ ਚੌਂਪ ਬਡੇਰੀ। ਕਿ ਜਿਸ ਵਕਤ ਫਿਰ ਆਏ ਹੋਏ ਪੰਚ ਜਨਾਂ ਜਾਂ ਨਗਰ ਦੇ ਹੋਰ ਪਤਵੰਤੇ ਮਨੁੱਖਾਂ ਨੇ ਇਹ ਬਾਤ ਸੁਣੀ, ਚਿੱਤ ਉਤਸ਼ਾਹਿਤ ਹੋ ਗਿਆ। ਹਿਰਦਾ ਜਿਹੜਾ ਸੀ ਨਾ, ਇਉਂ ਸਮਝ ਲਓ ਵੀ ਇੱਕ ਖੁਸ਼ੀ ਵਿੱਚ ਭਰ ਗਿਆ ਵੀ ਇੱਥੇ ਤੇ ਹੁਣ ਸਾਡਾ ਲੱਗਣਾ ਹੀ ਕੁਛ ਨਹੀਂ। ਨਾ ਕੋਈ ਰਾਜ ਮਿਸਤਰੀ ਦੀ ਲੋੜ ਹੈ, ਨਾ ਧਨ ਦੀ ਲੋੜ ਹੈ। ਸਾਰੇ ਮਿਲ ਕੇ ਉਦਮ ਕਰਦੇ ਆ, ਖੁਦਾਈ ਕਰਦੇ ਆ। ਜਿਵੇਂ ਅੱਗੇ ਬਚਨ ਹੋਏ ਨੇ ਉਹ ਪੂਰੇ ਹੋ ਜਾਣਗੇ। ਚਹਿਤ ਬਿਲੋਕਿਓ ਗਨ ਤਿਸ ਬੇਰੀ। ਚਹਿਤ ਬਿਲੋਕਿਓ ਫਿਰ ਸਭ ਵੇਖਣਾ ਵੀ ਚਾਹੁੰਦੇ ਨੇ, ਕਿਉਂਕਿ ਜੋ ਬਚਨ ਹੋਏ ਨੇ ਨਾ, ਹੁਣ ਕੁਦਰਤੀ ਤੌਰ ਤੇ ਤੀਵਰ ਇੱਛਾ ਇਹ ਵੀ ਹੈ ਵੀ ਹੁਣ ਵੇਖੀਏ ਵੀ ਜੋ ਮਹਾਰਾਜ ਨੇ ਮਾਤਾ ਜੀਆਂ ਨੇ ਤਰੁੱਠ ਕੇ ਕਿਰਪਾ ਕੀਤੀ ਹੈ ਕਿ ਸੱਚਮੁੱਚ ਇਸ ਸਥਾਨ ਤੋਂ ਮਿੱਠਾ ਜਲ ਮਧੁਰ ਜਲ ਪ੍ਰਾਪਤ ਹੁੰਦਾ ਹੈ। ਜਿਮ ਮਾਤਾ ਸੁਭ ਬਾਤ ਬਖਾਨੀ। ਜਿਸ ਵਿਧ ਮਾਤਾ ਜੀ ਹੋਰਾਂ ਨੇ ਆਪਣੇ ਮੁਬਾਰਕ ਬੋਲ ਜਿਹੜੇ ਆਪਣੀ ਰਸਨਾ ਤੋਂ ਉਚਾਰਨ ਕੀਤੇ ਸਨ। ਮਿਲ ਪੰਚਨ ਨਰ ਗਨ ਤਿਮ ਠਾਨੀ। ਫਿਰ ਜਿਹੜੇ ਪੰਚ ਜਨ ਮੁਖੀ ਆਏ ਸਨ ਨਗਰ ਦੇ, ਉਹਨਾਂ ਨੇ ਮਿਲ ਕਰਕੇ ਫੈਸਲਾ ਕੀਤਾ ਕਿ ਮਹਾਰਾਜ ਕੇ ਬਚਨ ਮਾਤਾ ਜੀਓ ਕੇ ਬਚਨਾਂ ਅਨੁਸਾਰ ਅੱਜ ਹੀ ਇਸ ਸਥਾਨ ਤੇ ਇਹ ਸੇਵਾ ਕਾਰਜ ਪ੍ਰਾਰੰਭ ਹੋ ਜਾਏ। ਪੰਚਾ ਮਿਰਤਤ ਕਾਲ ਕਰਾਏ। ਫਿਰ ਮਹਾਰਾਜ ਜੀ ਕੇ ਹੁਕਮਾਂ ਸਹਿਤ, ਮਾਤਾ ਜੀਓ ਕੇ ਉਦਮ ਸਹਿਤ ਨਗਰ ਦੇ ਪਤਵੰਤੇ ਮਨੁੱਖਾਂ ਨੇ ਮਿਲ ਕਰਕੇ ਪੰਚਮ ਕੜਾਹ ਪ੍ਰਸ਼ਾਦ ਦੀ ਜਿਹੜੀ ਦੇਗ ਹੈ ਉਹ ਤਤਕਾਲ ਉਸੇ ਵਕਤ ਹੀ ਮਿਲ ਕਰਕੇ ਤਿਆਰ ਕਰਵਾ ਲਈ ਹੈ। ਪਣ ਅਰਦਾਸ ਦੀਨ ਬਰਤਾਏ। ਉਪਰੰਤ ਫਿਰ ਪ੍ਰਥਮ ਗੁਰੂ ਨਾਨਕ ਸਾਹਿਬ ਮਹਾਰਾਜ ਵੱਡੇ ਗੁਰੂ ਸਾਹਿਬਾਨ ਜੀ ਹੋਰਾਂ ਨੂੰ ਸਿਮਰ ਕਰਕੇ ਅਰਦਾਸ ਕੀਤੀ ਗਈ ਕਿ ਇਸ ਸਥਾਨ ਤੋਂ ਮਿੱਠਾ ਜਲ ਪ੍ਰਾਪਤ ਹੋ ਜਾਏ। ਅਰਦਾਸ ਤੋਂ ਉਪਰੰਤ ਫਿਰ ਪੰਚਾਮ੍ਰਿਤ ਆਈ ਹੋਈ ਸਾਰੀ ਸੰਗਤ ਦੇ ਅੰਦਰ ਵਰਤਾ ਦਿੱਤਾ ਹੈ। ਨਾਮ ਸਿਮਰ ਸ੍ਰੀ ਨਾਨਕ ਕੇਰਾ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਕਾ ਨਾਮ। ਜਿਵੇਂ ਅੱਜ ਵੀ ਆਪਾਂ ਕੋਈ ਕਾਰਜ ਆਰੰਭ ਕਰਨੇ ਆ ਨਾ, ਸਭ ਤੋਂ ਪਹਿਲਾਂ ਸਿੱਖ ਦੀ ਇੱਛਾ ਹੈ ਗੁਰੂ ਨਾਨਕ ਦੇ ਚਰਨਾਂ ਵਿੱਚ ਅਰਦਾਸ ਹੋਵੇ, ਤੇ ਉੱਥੋਂ ਫਿਰ ਪ੍ਰਾਰੰਭਤਾ ਹੁੰਦੀ ਹੈ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਈ। ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਇ। ਸੋ ਇਸ ਵੇਲੇ ਇਹ ਅਰਦਾਸ ਦੇ ਬੋਲ ਤੇ ਵੈਸੇ ਪੌੜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਲਿਖੀ ਹੈ। ਇਸ ਤੋਂ ਪਹਿਲਾਂ ਦੀਆਂ ਵੀ ਕੁਝ ਅਰਦਾਸਾਂ ਨੇ ਸਾਡੀ ਸਿੱਖ ਰਹਿਤ ਮਰਿਆਦਾ ਦੇ ਅੰਦਰ ਪੁਰਾਤਨ ਖਰੜਿਆਂ ਵਿੱਚ, ਉਹ ਵੀ ਇਸੇ ਬੇਦੀ ਸਨ। ਸਾਰੇ ਗੁਰੂ ਸਾਹਿਬਾਨ ਜਿੱਥੋਂ ਤੱਕ ਵੀ ਜੋਤ ਪ੍ਰਗਟ ਰਹੀ ਹੈ, ਉਹਨਾਂ ਸਾਰੇ ਗੁਰੂ ਸਾਹਿਬਾਨ ਜੀਆਂ ਨੂੰ ਯਾਦ ਕਰਕੇ ਤੇ ਅਰਦਾਸ ਸੰਪੂਰਨ ਕਰਕੇ ਅਕਾਲ ਪੁਰਖ ਪ੍ਰਮਾਤਮਾ ਦੇ ਚਰਨਾਂ ਦਾ ਧਿਆਨ ਧਰ ਕੇ ਸਿੱਖ ਦੇਗ ਵਰਤਾ ਦਿੰਦੇ ਸਨ ਤੇ ਕਾਰਜ ਰਾਸ ਹੋ ਜਾਂਦੇ ਸਨ। ਇਸ ਵੇਲੇ ਸਮੁੱਚੀ ਸੰਗਤ, ਲਖਨੌਰ ਦੀ ਸੰਗਤ ਨੇ ਮਿਲ ਕਰਕੇ ਇਹ ਕਾਰਜ ਆਰੰਭ ਕੀਤਾ। ਮਹਾਰਾਜ ਕੇ ਚਰਨਾਂ 'ਚ ਅਰਦਾਸ ਕਰਕੇ ਪਾਵਨ ਕੜਾਹ ਪ੍ਰਸ਼ਾਦ ਦੀ ਦੇਗ ਸੰਗਤ ਵਿੱਚ ਵਰਤਾ ਦਿੱਤੀ ਹੈ। ਖਾਨਨ ਲਗੇ ਨਰ ਗਣ ਤਿਸ ਬੇਰਾ। ਫਿਰ ਬਹੁਤ ਸਾਰੇ ਨਗਰ ਦੇ ਜਿਹੜੇ ਮਨੁੱਖ ਹਨ ਉਹ ਇਸ ਸਥਾਨ ਨੂੰ ਖੋਦਣ ਲੱਗ ਪਏ ਨੇ, ਕਿਉਂਕਿ ਕੁਦਰਤੀ ਇੱਕ ਚਾਉ ਵੀ ਹੈ ਕਿ ਇੰਨੇ ਸਮੇਂ ਤੋਂ ਇਹ ਖਾਰਾ ਜਲ ਪੀ ਕਰਕੇ ਜੀਵਨ ਯਾਪਨ ਕਰਦੇ ਆ। ਜੇ ਮਿੱਠਾ ਮਿਲ ਜਾਂਦਾ ਤੇ ਇਹਦੇ ਵਰਗਾ ਨਜ਼ਾਰਾ ਹੀ ਨਹੀਂ। ਸੋ ਇਸ ਕਰਕੇ ਫਿਰ ਸਭ ਮਿਲ ਕਰਕੇ ਉਸ ਸਥਾਨ ਨੂੰ ਖੋਦ ਰਹੇ ਨੇ। ਬਹੁਤ ਮਿਹਨਤ ਕੀਤੀ ਨਗਰ ਦੇ ਮਨੁੱਖਾਂ ਨੇ ਮਿਲ ਕਰਕੇ ਉਹ ਸਾਰਾ ਜਿਤਨਾ ਵੀ ਮਿੱਟੀ ਦਾ ਢੇਰ ਹੈ ਉਹ ਉੱਥੋਂ ਹਟਾਇਆ। ਥੱਲੋਂ ਫਿਰ ਮਾਤਾ ਜੀ ਕੇ ਬਚਨਾਂ ਸਹਿਤ ਉਸੇ ਤਰ੍ਹਾਂ ਇੱਕ ਪੁਰਾਤਨ ਪੁਰਾਣੇ ਸਮੇਂ ਦਾ ਲੱਗਿਆ ਹੋਇਆ ਖੂਹ ਪ੍ਰਾਪਤ ਹੋਇਆ। ਜਦੋਂ ਉਹਨੂੰ ਖੋਦਿਆ ਗਿਆ ਉਹਦੇ ਵਿੱਚੋਂ ਫਿਰ ਮਿੱਠੇ ਜਲ ਦੀ ਬਖਸ਼ਿਸ਼ ਹੁੰਦੀ ਹੈ। ਪ੍ਰਥਮ ਮਹਾਰਾਜ ਕੀ ਰਸਨਾ ਲਾਇਕ ਹੋਇਆ। ਫਿਰ ਉੱਥੋਂ ਦੇ ਜਿਹੜੇ ਲੋਕ ਨੇ ਉਹ ਅੱਜ ਤੱਕ ਉਸ ਸਥਾਨ ਦਾ, ਉਸ ਇਲਾਕੇ ਦਾ ਜਲ ਮਿੱਠਾ ਹੈ। ਸੋ ਸ਼ੱਕ ਰਹੇ ਨੇ। ਇਹ ਵੀ ਇਉਂ ਕਹਿ ਲਈਏ ਵੀ ਮਹਾਰਾਜ ਜੀ ਕਾ ਤਰਸ ਹੈ ਸਮੁੱਚੇ ਇਲਾਕੇ ਦੇ ਉੱਪਰ ਇਹ ਬਖਸ਼ਿਸ਼ ਕੀਤੀ। ਸਾਰਾ ਪਾਣੀ ਜਿਹੜਾ ਸੀ ਤਲ ਦਾ ਮਹਾਰਾਜ ਨੇ ਮਿੱਠਾ ਕਰ ਦਿੱਤਾ। ਸੋ ਜਿਵੇਂ ਮਹਾਰਾਜ ਕੀ ਬਖਸ਼ਿਸ਼ ਵਰਤੀ, ਨਗਰ ਦੇ ਮਨੁੱਖਾਂ ਨੇ ਥਾਂ ਖੋਦੀ, ਜਿਵੇਂ ਥੱਲੇ ਖੂਹ ਪ੍ਰਾਪਤ ਹੋਇਆ, ਪਾਣੀ ਕੱਢਿਆ, ਮਹਾਰਾਜ ਜੀ ਕੇ ਰਸਨਾ ਲਾਇਕ ਕਰਵਾ। ਉਸ ਸਾਖੀ ਦਾ ਹਵਾਲਾ ਥੋੜਾ ਲੰਬੇਰਾ ਹੈ, ਯਤਨ ਕਰਾਂਗੇ ਇਸੇ ਤਰ੍ਹਾਂ ਹੀ ਕੱਲ੍ਹ ਦੀਆਂ ਦੀਵਾਨਾਂ ਵਿੱਚ ਵਿਸਤਾਰ ਸਹਿਤ ਆਪ ਸੰਗਤਾਂ ਦੇ ਨਾਲ ਸਾਂਝੇ ਕਰਨ ਦਾ ਜੀ। ਅੱਜ ਇੱਥੇ ਹੀ ਵਿਚਾਰਾਂ ਨੂੰ ਵਿਸ਼ਰਾਮ ਦਿੰਦੇ ਹਾਂ। ਸਮਾਂ ਹੋ ਚੁੱਕਾ, ਗੁਰਬਾਣੀ ਦੇ ਕੀਰਤਨ ਵੀ ਸਰਵਨ ਕਰਨੇ ਨੇ। ਇਤਿਹਾਸ ਵਾਚਦੇ ਹਾਂ, ਬੇਅੰਤ ਤਰ੍ਹਾਂ ਦੀਆਂ ਤਰੁੱਟੀਆਂ ਭੁੱਲਾਂ ਗਲਤੀਆਂ ਰਹਿੰਦੀਆਂ ਨੇ। ਗੁਰਦੇਵ ਗੁਰੂ ਕੀ ਸੰਗਤ ਅਣਜਾਣ ਸਮਝ ਕਰ ਆਪ ਖਿਮਾ ਕਰਨੀਆਂ ਜੀ।
ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਇੱਥੇ ਹੀ ਸਮਾਪਤੀ ਹੈ ਜੀ। ਨਾਮ ਸਿਮਰ ਸ੍ਰੀ ਨਾਨਕ ਨਾਨਕ ਕੇਰਾ, ਕੇਰਾ ਖਨਨ ਲਗੇ ਨਰ ਗਨ ਤਿਸ ਬੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।